ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਜਨ ਆਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਲਈ ਵੱਡੀ ਮੁਸੀਬਤ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਜਾਂ ਸਪੀਕਰ ਜਿਹੜੇ ਆ ਕੱਲ ਅਸਤੀਫਾ ਦੇ ਸਕਦੇ ਆ ਜਾਂ ਆਮ ਆਦਮੀ ਪਾਰਟੀ ਦੀ ਮੁਸ਼ਕਿਲ ਵਧਾ ਸਕਦੇ ਆ। ਸਰਕਾਰੀ ਖਿਲਾਫ ਜਿਹੜੇ ਆ ਉਹ ਕੱਲ ਕੁਝ ਐਕਸ਼ਨ ਜਿਹੜਾ ਉਹ ਲੈ ਸਕਦੇ ਆ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ, ਮਾਮਲਾ ਕੀ ਹੈ, ਉਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਆਮ ਆਦਮੀ ਪਾਰਟੀ ਦਾ ਫੇਲੂਅਰ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਫੇਲੂਅਰ ਵਾਲੇ ਪਾਸੇ ਨੂੰ ਜਾ ਰਹੀ ਹੈ। ਤਾਂ ਗੱਲ ਕੀ ਹੈ, ਮਾਮਲਾ ਕੀ ਹੈ, ਉਸ ਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸਿੰਚਾਈ ਵਿਭਾਗ ਦੇ ਵਿੱਚ ਘਪਲੇ ਨੂੰ ਲੈ ਕੇ ਇੱਕ ਹੋਰ ਸਾਬਕਾ ਮੰਤਰੀ ਦੀ ਪੈੜ ਨੱਪੀ ਹੈ ਸਰਕਾਰ ਦੇ ਵੱਲੋਂ, ਸਰਕਾਰ ਦੀਆਂ ਏਜੰਸੀਆਂ ਦੇ ਵੱਲੋਂ, ਤੇ ਉਹਨਾਂ ਨੂੰ ਵੀ ਤਲਬ ਜਿਹੜਾ ਉਹ ਕੀਤਾ ਗਿਆ। ਇੱਕ ਵੱਡਾ ਅਫਸਰ ਹੈ ਤੇ ਇੱਕ ਸਾਬਕਾ ਮੰਤਰੀ ਹੈ। ਚੱਕਰ ਕੀ ਹੈ, ਮਾਮਲਾ ਕੀ ਹੈ, ਕੀ ਕੁਝ ਗੱਲਬਾਤ ਹੈ, ਉਸ ਤੇ ਗੱਲਬਾਤ ਜਿਹੜੀ ਆ ਅਸੀਂ ਕਰਾਂਗੇ। ਤਾਂ ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਆ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਮਾਫ ਕਰਨਾ, ਉਸ ਤੋਂ ਪਹਿਲਾਂ ਇਹ ਵੀ ਗੱਲ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਵੀ ਅਸੀਂ ਗੱਲਬਾਤ ਜਿਹੜੀ ਆ ਕਰਾਂਗੇ। ਉਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੀ ਰਿਹਾਈ ਤੋਂ ਬਾਅਦ ਕੀ ਕੁਝ ਹੋਣ ਤੋਂ ਬਾਅਦ ਕੁਝ ਬਗਾਵਤੀ ਅਸਰ ਜਿਹੜੇ ਪੈਣ ਦੀਆਂ ਸੰਭਾਵਨਾਵਾਂ ਨੇ, ਕੀ ਕੁਝ ਗੱਲਬਾਤ ਕਹਿ ਰਹੇ ਆ, ਕੀ ਕੁਝ ਸੰਭਾਵਨਾਵਾਂ ਬਣ ਰਹੀਆਂ ਨੇ ਰਾਜੇ ਵਿੜੰਗ ਦੇ ਖਿਲਾਫ ਜਿਹੜੀ ਬਗਾਵਤੀ ਜਿਹੜੀ ਸੁਰ ਚੱਲ ਰਹੀ ਹੈ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਲਈ ਮੇਰੇ ਨਾਲ ਅਣਖੀ ਸਾਹਿਬ ਜੁੜਿਆ। ਸਭ ਤੋਂ ਪਹਿਲਾਂ ਸਵਾਗਤ ਕਰਦਾ ਅਣਖੀ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਣਖੀ ਸਾਹਿਬ, ਸ਼ੁਰੂਆਤ ਆ ਨਾ ਜਿਹੜੀ ਮੈਂ ਚਾਹੂੰਗਾ ਕਿ ਆਪਾਂ ਜਿਹੜੀ ਅਸਤੀਫਿਆਂ ਦੀ ਮੈਂ ਗੱਲ ਕੀਤੀ ਸੀ, ਸਰਕਾਰ ਦੇ ਖਿਲਾਫ ਆਪਣੇ ਵਿਧਾਇਕ ਤੇ ਮੰਤਰੀਆਂ ਦੇ ਵੱਲੋਂ ਐਕਸ਼ਨ ਦੀ ਗੱਲ ਕੀਤੀ ਸੀ, ਉਸ ਤੇ ਚਰਚਾ ਕਰੀਏ। ਕਿਉਂਕਿ ਅੱਜ 29 ਨਵੰਬਰ ਹੈ ਤੇ 14 ਅਕਤੂਬਰ ਨੂੰ ਜਿਹੜਾ ਬਰਗਾੜੀ ਮੋਰਚਾ ਜਿਹੜਾ ਸੀਗਾ, ਬਹਿਬਲ ਕਲਾਂ ਮੋਰਚਾ ਜਿਹੜਾ ਸੀਗਾ, ਜਿਹੜਾ ਬੇਅਦਬੀ ਤੇ ਗੋਲੀਕਾਂਡ ਦੇ ਇਨਸਾਫ ਲਈ ਲਾਇਆ ਹੋਇਆ, ਉਹਨੇ 14 ਅਕਤੂਬਰ ਨੂੰ ਉੱਥੋਂ ਬੜਾ ਵੱਡਾ ਐਲਾਨ ਕੀਤਾ ਸੀ ਤੇ ਸਰਕਾਰ ਨੇ ਉੱਥੇ ਜਾ ਕੇ ਆਪਣੇ ਮੰਤਰੀ ਤੇ ਆਪਣੇ ਸਪੀਕਰ ਤੇ ਵਿਧਾਇਕ ਭੇਜ ਕੇ ਉੱਥੇ ਵਾਅਦਾ ਕੀਤਾ ਸੀਗਾ ਕਿ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਜਿਹੜਾ ਇਨਸਾਫ ਇਹਦੇ ਵਿੱਚ ਦਿਵਾ ਦਿਆਂਗੇ। ਤੇ ਉੱਥੇ ਖੜ ਕੇ ਸਪੀਕਰ ਨੇ ਵੀ ਗੱਲ ਕਹਿਤੀ ਸੀ ਕਿ ਜੇ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਕੀ ਕਰਨਾ ਇਹੋ ਜਿਹੀਆਂ ਸਰਕਾਰਾਂ। ਤਾਂ ਉਦੋਂ ਤੋਂ ਹੀ ਕਿਆਸ ਰਹੀਆਂ ਸ਼ੁਰੂ ਸੀ ਕਿ ਜੇ ਸਮਾਂ ਬੀਤ ਜਾਂਦਾ ਮਹੀਨੇ ਡੇਢ ਮਹੀਨੇ ਦਾ ਤਾਂ ਅਸਤੀਫੇ ਜਾਂ ਇਹ ਧਰਨੇ ਤੇ ਜ਼ਰੂਰ ਬੈਠ ਸਕਦੇ ਆ। ਤਾਂ ਕੱਲ ਨੂੰ ਉਹ ਸਮਾਂ ਜਿਹੜਾ ਅਣਖੀ ਸਾਹਿਬ ਪੂਰਾ ਹੋਣ ਜਾ ਰਿਹਾ। ਅੱਜ ਸੈਕੰਡ ਲਾਸਟ ਦਿਨ ਹੈ, ਹਾਲੇ ਤੱਕ ਕੋਈ ਜਿਹੜੀ ਆ ਕਾਰਵਾਈ ਉਹਦੇ ਵਿੱਚ ਹੋਈ ਨਹੀਂ। ਤਾਂ ਸੁਮੇਧ ਸਿੰਘ ਸੈਣੀ ਨੂੰ ਜ਼ਰੂਰ ਅੱਜ ਤਲਬ ਕੀਤਾ ਗਿਆ, ਪਰ ਉਹ ਮੇਰੇ ਖਿਆਲ 'ਚ ਮੈਨੂੰ ਲੱਗਦਾ ਕਿ ਇਨਸਾਫ ਦੇ ਦਿਵਾਉਣ ਦੇ ਲਈ ਫਾਈਨਲ ਜਿਹੜਾ ਨਹੀਂ ਮੰਨਿਆ ਜਾ ਸਕਦਾ। ਤਾਂ ਕੱਲ ਨੂੰ ਜਿਹੜਾ ਉਹ ਪੂਰਾ ਹੋਣ ਜਾ ਰਿਹਾ ਟਾਈਮ, ਤਾਂ ਕਿਵੇਂ ਦੇਖਦੇ ਹੋ ਸਰਕਾਰ ਦੀ ਇਸ ਬੇਰੁਖੀ ਨੂੰ, ਸਰਕਾਰ ਦੇ ਫਿਰ ਮਹੀਨੇ ਡੇਢ ਮਹੀਨੇ ਦੀ ਗੱਲ ਨੂੰ? ਪਹਿਲਾਂ 24 ਘੰਟਿਆਂ ਦੀ ਗੱਲ ਕਰਦੇ ਸੀ, 24 ਘੰਟਿਆਂ ਦਾ ਇਨਸਾਫ ਦਿਵਾਉਣ ਦੀ ਗੱਲ ਕਰਦੇ ਸੀ। ਫਿਰ ਜਦੋਂ ਜਿਹੜੀ ਹੈ ਸਰਕਾਰ ਬਣੀ ਤਾਂ ਫਿਰ 6 ਮਹੀਨਿਆਂ ਦਾ ਟਾਈਮ ਮੰਗ ਲਿਆ। 6 ਮਹੀਨੇ ਬੀਤਣ ਤੋਂ ਬਾਅਦ ਹੁਣ 9ਵਾਂ ਮਹੀਨਾ ਚੱਲ ਰਿਹਾ ਸਰਕਾਰ ਨੂੰ। ਤਾਂ ਅਣਖੀ ਸਾਹਿਬ ਕਿਵੇਂ ਦੇਖਦੇ ਹੋ? 9ਵੇਂ ਮਹੀਨੇ ਬਾਅਦ ਤਾਂ ਬੱਚਾ ਵੀ ਜਿਹੜਾ ਉਹ ਪੈਦਾ ਹੋ ਜਾਂਦਾ ਤੇ ਇੱਥੇ 9ਵੇਂ ਮਹੀਨੇ ਦੇ ਵਿੱਚ ਹਾਲੇ ਤੱਕ ਜਿਹੜਾ ਇਨਸਾਫ ਵੀ ਨਹੀਂ ਮਿਲਿਆ। 24 ਘੰਟਿਆਂ ਦੀ ਗੱਲ ਕਰਦੇ, 6 ਮਹੀਨਿਆਂ ਦੀ ਗੱਲ ਕਰਦੇ ਸੀ। ਤਾਂ ਕਿਵੇਂ ਦੇਖਦੇ ਹੋ ਆ ਵੀ ਜਿਹੜਾ ਟਾਈਮ ਲੰਘ ਚੁੱਕਿਆ ਹੈ, ਕੱਲ ਨੂੰ ਨਿਕਲ ਜਾਣਾ ਹੈ? ਤਾਂ ਕੀ ਲੱਗਦਾ ਹੈ ਕਿ ਹੁਣ ਸਰਕਾਰ ਲਈ ਮੁਸੀਬਤਾਂ ਵਧਣ ਵਾਲੀਆਂ ਨੇ? ਔਰ ਕੀ ਲੱਗਦਾ ਹੈ ਕਿ ਕੱਲ ਅਸਤੀਫੇ ਆ ਸਕਦੇ ਆ? ਤੇ ਜੇ ਅਸਤੀਫੇ ਨਹੀਂ ਆਉਂਦੇ ਤਾਂ ਫਿਰ ਘੱਟੋ ਘੱਟ ਸੰਧਵਾ ਸਾਹਿਬ ਵਾਰ-ਵਾਰ ਉੱਥੇ ਜਾ ਕੇ ਤਾਂ ਮੰਨ ਹੀ ਰਹੇ ਆ ਕਿ ਅਸੀਂ ਇਸ ਧਰਨੇ ਦੇ ਵਿੱਚ ਸਰਕਾਰ ਖਿਲਾਫ ਬੈਠਾਂਗੇ ਜ਼ਰੂਰ। ਤਾਂ ਕਿਵੇਂ ਦੇਖਦੇ ਹੋ, ਕਿਵੇਂ ਮੁਸੀਬਤਾਂ? ਸੁਖਵਿੰਦਰ ਜੀ, ਜੋ ਕੱਲ ਵਾਪਰਨਾ, ਕੱਲ ਜਿਹੜਾ ਡੈਡਲਾਈਨ ਜਿਹੜੀ ਦਿੱਤੀ ਹੈ ਉਹ ਖਤਮ ਹੋ ਜਾਣੀ ਹੈ। ਉਹ ਤਾਂ ਕੱਲ ਪਤਾ ਲੱਗੇਗਾ ਕਿ ਸਰਕਾਰ ਵਾਸਤੇ ਮੁਸ਼ਕਿਲਾਂ ਨੇ ਜਾਂ ਸਰਕਾਰ ਅੰਦਰੋਂ ਅੰਦਰੀ ਇਹਦੇ ਸੰਬੰਧੀ ਕੀ ਉਸਦੀ ਰਣਨੀਤੀ ਹੈ ਜਾਂ ਰੋਡ ਮੈਪ ਕੀ ਹੈ। ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾਂ ਦੀ ਤੁਸੀਂ ਗੱਲ ਕਰ ਰਹੇ ਜੀ ਕਿ ਉਹ ਧਰਨੇ 'ਚ ਬੈਠਦੇ ਜਾਂ ਨਹੀਂ ਬੈਠਦੇ, ਜਾਂ ਅਸਤੀਫਾ ਦਿੰਦੇ ਆ ਕਿ ਨਹੀਂ ਦਿੰਦੇ। ਇਹ ਸੁਖਵਿੰਦਰ ਜੀ ਕੱਲ ਪਤਾ ਲੱਗੇਗਾ ਕਿ ਕੱਲ ਸਿਚੁਏਸ਼ਨ ਕੀ ਬਣਦੀਆਂ ਨੇ। ਪਰ ਜੇਕਰ ਅਸੀਂ ਅੱਜ ਤੱਕ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਜਾਂ ਬੀਤੀ ਕਾਂਗਰਸ ਸਰਕਾਰ ਦੀ ਗੱਲ ਕਰੀਏ ਤੇ ਜਾਂ ਉਸ ਤੋਂ ਪਹਿਲਾਂ ਜਦੋਂ ਇਹ ਮੁੱਦਾ ਅਕਾਲੀ ਭਾਜਪਾ ਸਰਕਾਰ ਦੀ ਗੱਲ ਕਰੀਏ, ਸੁਖਵਿੰਦਰ ਜੀ ਉਦੋਂ ਤੋਂ ਲੈ ਕੇ ਹੁਣ ਤੱਕ, ਈਵਨ ਕਿ ਅੱਜ ਇਸ ਘੜੀ ਤੱਕ ਵੀ ਇਸ ਮੁੱਦੇ ਨੂੰ ਹਮੇਸ਼ਾ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਗਿਆ ਔਰ ਸਮੇਂ-ਸਮੇਂ ਤੇ ਇਸ ਨੂੰ ਹਰ ਪਾਰਟੀ ਨੇ ਆਪਣੀ ਵਰਤੋਂ ਵਾਸਤੇ ਕੱਢਿਆ। ਤੇ ਦੂਜੇ ਪਾਸੇ ਇਨਸਾਫ ਮੋਰਚੇ ਦੇ ਜਿਹੜੇ ਅਹੁਦੇਦਾਰ ਨੇ ਜਿਨ੍ਹਾਂ ਨੇ ਇਹ ਮੋਰਚਾ ਲਾਇਆ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹ ਵੀ ਸਰਕਾਰ
ਕੋਲੋਂ ਅੱਕ ਚੁੱਕੇ ਆ ਹਰ ਸਰਕਾਰ ਕੋਲੋਂ, ਕਿ ਹਰ ਸਰਕਾਰ ਨੇ ਹੀ ਉਹਨਾਂ ਨੂੰ ਗੱਲੀ ਬਾਤੀ ਤਾਂ ਇਨਸਾਫ ਦੇਣ ਦੀ ਗੱਲ ਕੀਤੀ, ਪਰ ਅਮਲੀ ਰੂਪ ਦੇ ਵਿੱਚ ਉਹਨਾਂ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ। ਹੁਣ ਇਹ ਸਾਰੀ ਸਥਿਤੀ ਦੇ ਵਿੱਚ ਕਦੇ ਉਹਨਾਂ ਨੂੰ 3 ਮਹੀਨੇ ਦਾ ਸਮਾਂ ਦਿੱਤਾ ਆਮ ਆਦਮੀ ਪਾਰਟੀ ਨੂੰ, ਕਦੇ 15 ਦਿਨਾਂ ਦਾ, ਕਦੇ 2 ਮਹੀਨੇ ਦਾ, ਕਦੇ 45 ਦਿਨਾਂ ਦਾ। ਇਸ ਸਮੇਂ ਨਾਲ ਸਰਕਾਰਾਂ ਨੇ ਸਮੇਂ ਦੇ ਕੇ ਆਪਣਾ ਕੰਮ ਚਲਾਇਆ। ਹੁਣ ਜਿਹੜੀ ਮਹੱਤਵਪੂਰਨ ਭੂਮਿਕਾ ਸੁਖਵਿੰਦਰ ਜੀ ਜਿਹੜੀ ਬਣਦੀ ਆ, ਉਹ ਬਰਗਾੜੀ ਇਨਸਾਫ ਮੋਰਚੇ ਦੇ ਉਹਨਾਂ ਸੰਚਾਲਕਾਂ ਦੀ ਹੈ ਕਿ ਉਹਨਾਂ ਨੇ ਅਗਲੀ ਰਣਨੀਤੀ ਕੀ ਲੈਣੀ ਹੈ, ਕਿ ਸਰਕਾਰ ਦੀਆਂ ਗੱਲਾਂ ਵਿੱਚ ਆਣ ਕੇ ਫਿਰ ਟਾਈਮ ਦੇਣਗੇ ਜਾਂ ਕੋਈ ਅਹਿਮ ਐਲਾਨ ਕਰਨਗੇ। ਮੈਂ ਅੱਗੇ ਵੀ ਤੁਹਾਡੇ ਨਾਲ 2-4 ਵਾਰੀ ਇਹ ਗੱਲਾਂ ਕੀਤੀਆਂ ਨੇ ਕਿ ਪੰਜਾਬ ਦੇ ਲੋਕ ਜਾਂ ਜਿਹੜੇ ਪੀੜਤ ਲੋਕ ਨੇ ਉਹ ਇਹ ਚਾਹੁੰਦੇ ਨੇ ਕਿ ਜਿਹੜੇ ਇਹ ਜ਼ਿੰਮੇਵਾਰ ਸ਼ਖਸ ਨੇ ਉਹਨਾਂ ਨੂੰ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੇ। ਪਰ ਸੁਖਵਿੰਦਰ ਜੀ ਦੂਜੇ ਪਾਸੇ ਜਿਹੜੇ ਕਾਨੂੰਨੀ ਦਾਅ ਪੇਚ ਇਹੋ ਜਿਹੇ ਨੇ ਕਿ ਕਿਸੇ ਵੀ ਸਰਕਾਰ ਵਾਸਤੇ ਉਹ ਏਡੀ ਸੌਖੀ ਸਥਿਤੀ ਹੈ ਨਹੀਂ। ਤੁਹਾਨੂੰ ਵੀ ਯਾਦ ਹੋਵੇ ਕੈਪਟਨ ਵਿਜੇ ਪ੍ਰਤਾਪ ਨੂੰ ਇੰਟਰਵਿਊ ਜਦੋਂ ਤੁਸੀਂ ਕੀਤਾ, ਉਹਦੀ ਵੀ ਇੱਕ ਗੱਲ ਉਹਨਾਂ ਨੇ ਕਹੀ ਸੀ ਕਿ ਇਹ ਗੱਲ ਯਾਦ ਰੱਖ ਲਓ ਕਿ ਇਨਸਾਫ ਇਸ ਮੁੱਦੇ ਤੇ ਕਿਸੇ ਵੀ ਸੂਰਤ ਵਿੱਚ ਨਹੀਂ ਮਿਲ ਸਕਦਾ, ਨਹੀਂ ਮਿਲਣਾ ਇਨਸਾਫ। ਉਹਨਾਂ ਦਾਅਵਾ ਕੀਤਾ ਸੀ ਕੋਈ ਵੀ ਸਰਕਾਰ ਆ ਜੇ, ਕਿਉਂਕਿ ਜੋ ਅਸੀਂ ਜਾਂ ਤੁਸੀਂ ਜਾਂ ਪੀੜਤ ਮੋਰਚੇ ਦੇ ਜਿਹੜੇ ਪੀੜਤ ਲੋਕ ਨੇ ਉਹ ਇਹ ਸੋਚਦੇ ਨੇ ਉਹਨਾਂ ਦੀ ਸੂਈ ਸਿਰਫ 3 ਜਾਂ 4 ਵਿਅਕਤੀਆਂ ਦੇ ਜਾ ਕੇ ਉੱਤੇ ਟਿਕ ਜਾਂਦੀ ਹੈ, ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਪਰਮਰਾਜ ਸਿੰਘ ਉਮਰਾਨਗਰ, ਸੁਮੇਧ ਸਿੰਘ ਸੈਣੀ ਜਾਂ ਹੋਰ ਇਹੋ ਜਿਹੇ ਬੰਦੇ। ਤੇ ਜਦੋਂ ਇਹਨਾਂ ਬੰਦਿਆਂ ਦੇ ਉੱਤੇ ਗੱਲ ਰੁਕਦੀ ਆ ਤਾਂ ਸੁਖਵਿੰਦਰ ਜੀ ਇਹ ਉਹ ਘਾਗ ਸਿਆਸਤਦਾਨ ਤੇ ਉਹ ਘਾਗ ਪੁਲਿਸ ਅਫਸਰ ਨੇ ਜਿਹੜੇ ਕਾਨੂੰਨੀ ਦਾਅ ਪੇਜਾਂ ਨੂੰ ਆਪਣੀ ਚੰਗੀ ਤਰ੍ਹਾਂ ਵਰਤੋਂ ਆਪਣੇ ਹੱਕ ਵਿੱਚ ਕਰਨਾ ਜਾਣਦੇ ਆ, ਤੋੜਦੇ ਆ, ਮਰੋੜਦੇ ਆ। ਤੇ ਇਹਨਾਂ ਦੇ ਹੱਥ ਪਾਉਣਾ ਸ਼ਾਇਦ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਰਕਾਰ ਵਾਸਤੇ ਏਡੀ ਸੌਖੀ ਗੱਲ ਹੋਵੇ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਤੁਹਾਨੂੰ ਯਾਦ ਹੋਗਾ ਤੁਸੀਂ ਉਸ ਦਿਨ ਪ੍ਰੋਗਰਾਮ ਨਹੀਂ ਸੀ ਕੀਤਾ, ਇੱਕ ਬਰਗਾੜੀ ਇਨਸਾਫ ਮੋਰਚੇ ਵੱਲੋਂ ਇੱਕ ਇਸ਼ਤਿਹਾਰ ਉਹਨਾਂ ਨੇ ਦਿੱਤਾ ਸੀ, ਅਸੀਂ ਆਪਣੇ ਪ੍ਰੋਗਰਾਮ 'ਚ ਗੱਲ ਵੀ ਕੀਤੀ। ਤਾਂ ਉਸ ਇਸ਼ਤਿਹਾਰ 'ਚ ਉਹਨਾਂ ਨੇ ਇਹਨਾਂ ਬੰਦਿਆਂ ਦੇ ਨਾਮ ਲਏ ਸੀ ਕਿ ਜ਼ਿੰਮੇਵਾਰ ਜਿਹੜੇ ਨੇ, ਇਹਨਾਂ ਤੋਂ ਇਲਾਵਾ ਹੋਰ ਵੀ ਜ਼ਿੰਮੇਵਾਰ ਬੰਦੇ ਜਿਹੜੇ ਹੋ ਸਕਦੇ ਨੇ, ਇਹ ਤਾਂ ਪ੍ਰਮੁੱਖ ਜ਼ਿੰਮੇਵਾਰ ਹਨ, ਪਰ ਇਹਨਾਂ ਦੇ ਖਿਲਾਫ ਕਾਰਵਾਈ ਹੋ ਕਿਉਂ ਨਹੀਂ ਰਹੀ। ਤਾਂ ਸੁਖਵਿੰਦਰ ਜੀ ਜਿਹੜੀ ਕਾਰਵਾਈ ਨਾ ਹੋਣ ਦਾ ਕਾਰਨ ਇਹੋ ਹੀ ਕਾਰਨ ਆ ਕਿ ਇਹ ਘਾਗ ਜਾਂ ਉਹ ਛਾਤਰ ਪੁਲਿਸ ਅਫਸਰ ਜਾਂ ਸਿਆਸਤਦਾਨ ਨੇ ਜਿਨ੍ਹਾਂ ਨੂੰ ਪਤਾ ਕਿ ਕਾਨੂੰਨ ਆਪਾਂ ਕਿਸ ਤਰੀਕੇ ਨਾਲ ਵਰਤਣਾ ਜਾਂ ਕਿਸ ਤਰੀਕੇ ਨਾਲ ਨਹੀਂ ਵਰਤਣਾ। ਹੁਣ ਦੂਜੇ ਪਾਸੇ ਜਦੋਂ ਮੈਂ ਇਹ ਸਰਕਾਰ ਦੀ ਗੱਲ ਕਰਦਾ, ਫਿਰ ਇਹ ਸਰਕਾਰ ਦੀ ਸਿਰਫ ਇਹ ਸਰਕਾਰ ਨੂੰ ਵੀ ਪਤਾ ਇਸ ਗੱਲ ਦਾ ਕਿ ਏਡਾ ਸੌਖਾ ਨਹੀਂ ਹੈ ਉਹਨਾਂ ਨੂੰ ਹੱਥ ਪਾਉਣਾ ਜਿਹੜੇ ਉਹ ਬੰਦੇ ਨੇ। ਪਰ ਕਿਉਂਕਿ ਇਹ ਵਾਅਦਾ ਕਰ ਚੁੱਕੇ ਆ, ਅਰਵਿੰਦ ਕੇਜਰੀਵਾਲ ਜਿਹੜਾ ਸੀ ਕਵਰ ਵਿਜੇ ਪ੍ਰਤਾਪ ਨੂੰ ਲੈ ਕੇ ਗੱਲ ਕਰ ਚੁੱਕਾ ਕਿ 24 ਘੰਟਿਆਂ 'ਚ ਅਸੀਂ ਇਨਸਾਫ ਦੇਣ ਦੇ ਸਮਰੱਥ ਹਾਂ। ਸਾਰੀ ਰਿਪੋਰਟ ਜਿਹੜੀ ਹੈ ਸਾਡੇ ਕੋਲ ਹੈਗੀ ਆ, ਪਰ ਉਹ ਰਿਪੋਰਟ ਜਿਸ ਰਿਪੋਰਟ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਨੇ ਉਦੋਂ ਇਹ ਦਾਅਵਾ ਕੀਤਾ ਉਹ ਹਾਈ ਕੋਰਟ 'ਚ ਰਿਪੋਰਟ ਰੱਦ ਹੋ ਗਈ। ਉਸ ਤੋਂ ਬਾਅਦ LK ਯਾਦਵ ਵਾਲੀ ਜਿਹੜੀ ਰਿਪੋਰਟ ਸੀ ਇਸੇ ਰਿਪੋਰਟ ਨੂੰ ਆਧਾਰ ਬਣਾ ਕੇ ਗੱਲ ਕੀਤੀ, ਗੱਲ ਕਿਸੇ ਤਨ ਪੱਤਰ ਨਹੀਂ ਲੱਗੀ। ਤੇ ਦੂਜੇ ਪਾਸੇ ਜਿਹੜੀ ਸਥਿਤੀਆਂ ਨੇ ਪੰਜਾਬ ਦੀਆਂ ਅਮਨ ਤੇ ਕਾਨੂੰਨ ਦੀਆਂ ਸਥਿਤੀਆਂ ਦੂਜੇ ਪਾਸੇ ਜਾਈ ਜਾਂਦੀਆਂ। ਸੋ ਕਹਿਣ ਦਾ ਅਰਥ ਇਹ ਹੈ ਸੁਖਵਿੰਦਰ ਜੀ, ਇਹ ਜਿਹੜਾ ਐਲਾਨ ਹੁਣ ਜਿਹੜਾ ਬਾਹਰ ਆ ਉਹ ਹੁਣ ਬਰਗਾੜੀ ਮੋਰਚੇ ਦੇ ਪੀੜਤਾਂ ਦੀ ਡੀ ਵਿੱਚ ਆ ਕਿ ਉਹਨਾਂ ਨੇ ਵੇਖਣਾ ਕਿ ਫੈਸਲਾ ਉਹਨਾਂ ਨੇ ਕੀ ਕਰਨਾ, ਧਰਨੇ ਲਾਉਣੇ ਆ ਜਾਂ ਸਰਕਾਰ ਦੇ ਖਿਲਾਫ ਕੋਈ ਪ੍ਰੋਗਰਾਮ ਦੇਣਾ ਜਾਂ ਕੀ ਹੈ ਜਾਂ ਕੀ ਨਹੀਂ। ਬਾਕੀ ਜੇਕਰ ਅਸੀਂ ਇੰਨੀ ਗੱਲ ਕਹੀਏ ਕਿ ਇਹ ਜਿਹੜੇ ਬੰਦੇ ਅੱਜ ਤੋਂ 14 ਅਕਤੂਬਰ ਨੂੰ ਜਿਹੜੇ ਇਹ ਦਾਅਵੇ ਤੇ ਵਾਅਦੇ ਕਰਕੇ ਆਏ ਸਨ ਕਿ ਇਹ ਕੱਲ 30 ਨਵੰਬਰ ਦੀ ਸਵੇਰ ਚੜ੍ਹਦਿਆਂ ਸਾਰੀ ਅਸਤੀਫੇ ਜਿਹੜੇ ਆ ਆਪਣੀ ਸੁਪਰੀਮੋ ਨੂੰ ਭੇਜ ਦੇਣਗੇ, ਸੁਖਵਿੰਦਰ ਜੀ ਇਹੋ ਜਿਹੀ ਗੱਲ ਲੱਗਦੀ ਨਹੀਂ, ਕਿਉਂਕਿ ਉਹ ਗੱਲਾਂ ਕੁਝ ਹੋਰ ਹੁੰਦੀਆਂ ਨੇ। ਇਸ 1.5 ਮਹੀਨੇ ਦੇ ਵਿੱਚ ਪਰਦੇ ਦੇ ਪਿੱਛੇ ਕਿਹੜੀ ਰਾਜਨੀਤੀ ਇਹਨਾਂ ਲੋਕਾਂ ਵੱਲੋਂ ਕੀਤੀ ਗਈ ਜਾਂ ਕਿਹੜੀ ਨਹੀਂ ਹੋਈ, ਉਹ ਤਾਂ ਸੁਖਵਿੰਦਰ ਜੀ ਕੱਲ ਪਤਾ ਲੱਗੇਗਾ ਕਿ ਬਿੱਲੀ ਜਿਹੜੀ ਹੈ ਕਿਸ ਤਰ੍ਹਾਂ ਭਾਗਦੀ ਆ, ਕਿਉਂਕਿ ਪਰਦੇ ਦੇ ਪਿੱਛੇ ਵੀ ਸਿਆਸਤਾਂ ਜਿਹੜੀਆਂ ਉਹ ਚੱਲਦੀਆਂ ਨੇ। ਜੇਕਰ ਅਸੀਂ ਇਹ ਗੱਲ ਕਹੀਏ ਕਿ ਕੱਲ ਇਹ ਬੰਦੇ ਕੁਲਤਾਰ ਸਿੰਘ ਸੰਧਵਾ ਹੋਣੀ, ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਣੀ ਜਾਂ ਕਵਰ ਵਿਜੇ ਪ੍ਰਤਾਪ ਹੋਣੀ ਸਵੇਰ 30 ਨਵੰਬਰ ਨੂੰ ਚੜ੍ਹਦਿਆਂ ਸਾਰ ਦਿਨ ਚੜ੍ਹਦੇ ਅਸਤੀਫੇ ਦੇ ਦੇਣਗੇ, ਇਸ ਤਰ੍ਹਾਂ ਦੀ ਗੱਲ ਕੋਈ ਨਹੀਂ। ਕੁਮਰ ਵਿਜੇ ਪ੍ਰਤਾਪ ਨੇ ਤਾਂ ਇਹ ਗੱਲ ਕੀਤੀ ਨਹੀਂ, ਉਹਨੇ ਤਾਂ ਇਹ ਗੱਲ ਕਹੀ ਆ ਕਿ ਇਨਸਾਫ ਨਹੀਂ ਜੇ ਮਿਲਣਾ ਤੇ ਇਨਸਾਫ ਦੀ ਸਾਨੂੰ ਆਪ ਲੜਾਈ ਲੜਨੀ ਪੈਣੀ ਹੈ। ਅਸਤੀਫਿਆਂ ਦੀ ਗੱਲ ਤਾਂ ਜਿਹੜੇ ਆ ਦੂਜੇ ਕਰਕੇ ਗਏ ਸੀਗੇ, ਕੁਮਰ ਵਿਜੇ ਪ੍ਰਤਾਪ ਨੇ ਤਾਂ ਅਸਤੀਫੇ ਦੀ ਗੱਲ ਹੀ ਨਹੀਂ ਕੀਤੀ। ਨਹੀਂ, ਮੈਂ ਜਨਰਲ ਗੱਲ ਕਰ ਰਿਹਾ। ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਪਰ ਇਹ ਦੋ ਬੰਦੇ ਕੁਲਤਾਰ ਸਿੰਘ ਸੰਧਵਾ ਹੁਣੀ ਇਹ ਗੱਲ ਕਹਿ ਗਏ ਸੀ ਕਿ ਅਸੀਂ ਇਹਨਾਂ ਸਰਕਾਰਾਂ ਤੋਂ ਫਿਰ ਕੀ ਲੈਣਾ, ਸੰਕੇਤ ਇਹੋ ਹੀ ਉਸ ਸਮੇਂ ਦਿੱਤਾ ਕਿ ਅਸੀਂ ਅਸਤੀਫਾ ਦੇ ਦਾਂਗੇ ਜਾਂ ਇਸ ਸਰਕਾਰ ਤੋਂ ਆਪਾਂ ਦੂਰੀ ਬਣਾਵਾਂਗੇ। ਮੇਰਾ ਕਹਿਣ ਦਾ ਉਸ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਫਿਰ ਜਾ ਕੇ ਆਇਆ ਉਹਨਾਂ ਕੋਲੇ, ਉਹ ਕਹਿੰਦੇ ਕਿ ਜੇ ਨਾ ਹੋਊਗਾ ਇਨਸਾਫ ਤਾਂ ਅਸੀਂ ਇੱਥੇ ਬੈਠਾਂਗੇ, ਤਾਂ ਅਸੀਂ ਇੱਥੇ ਧਰਨੇ ਤੇ ਜ਼ਰੂਰ ਬੈਠਾਂਗੇ। ਅਸਤੀਫੇ ਦੀ ਗੱਲ ਉਹਨਾਂ ਨੇ ਦੁਹਾਈ ਨਹੀਂ, ਤਾਂ ਘੱਟੋ ਘੱਟ ਧਰਨੇ ਤੇ ਜੇ ਬਹਿ ਜਾਂਦੇ ਅਣਖੀ ਸਾਹਿਬ, ਜੇ ਉੱਥੇ ਹੀ ਉਹਨਾਂ ਦੇ ਨਾਲ ਬੈਠ ਜਾਂਦੇ ਆ ਤਾਂ ਕੀ ਲੱਗਦਾ ਕਿ ਸਰਕਾਰ ਲਈ ਮੁਸੀਬਤ ਕੁਝ ਨਾ ਕੁਝ ਹੋਏਗੀ। ਸੁਖਵਿੰਦਰ ਜੀ ਇਹ ਜਿਹੜਾ ਸਮਾਂ ਜਿਸ ਤਰੀਕੇ ਨਾਲ ਮੁਸੀਬਤ ਹੁੰਦੀ ਹੈ ਜਾਂ ਨਹੀਂ ਹੁੰਦੀ, ਧਰਨਿਆਂ ਤੇ ਬਹਿਣਾ ਏਡਾ ਸੌਖਾ ਨਹੀਂ, ਕਿਉਂਕਿ ਇਸ ਵੇਲੇ ਮੇਰਾ ਖਿਆਲ ਆ ਕੁਲਤਾਰ ਸਿੰਘ ਸੰਧਵਾ ਹੁਣੀ ਵੀ ਜਿਹੜੇ ਗੁਜਰਾਤ ਦੌਰੇ ਤੇ ਨੇ
ਮੇਰਾ ਨਹੀਂ ਖਿਆਲ ਕਿ ਕੱਲ ਇਹੋ ਜਿਹਾ ਕੋਈ ਘਟਨਾ ਜਿਹੜੀ ਨਹੀਂ, ਕੱਲ ਪਰ ਗੱਲ ਇਹ ਵਾਪਰੀ। ਹੈ ਨਾ ਹਾਂ ਸਾਹਿਬ, ਪਰ ਗੱਲ ਇਹ ਆ ਕਿ ਜਿਵੇਂ ਗੁਰੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਉਹਨਾਂ ਨੇ ਉੱਥੇ ਵਾਅਦਾ ਕੀਤਾ, ਔਰ ਫਿਰ ਇਹ ਵੀ ਤਾਂ ਕੁਲਤਾਰ ਸਿੰਘ ਸੰਧਵਾ ਜਾਣਦੇ ਆ ਕਿ ਜਿਨ੍ਹਾਂ ਨੇ ਪਹਿਲਾਂ ਨੇ ਵਾਅਦੇ ਕੀਤੇ ਤੇ ਉਹਨਾਂ ਦੇ ਹਾਲ ਕੀ ਹੋਏ ਆ, ਤੇ ਹੁਣ ਜੇ ਉਹ ਕਰਕੇ ਜਾਣਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਏਡੀ ਛੇਤੀ ਭੁੱਲ ਜਾਣਗੇ ਆਪਣਾ ਕੀਤਾ ਗੁਰੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਵਾਅਦਾ। ਸੁਖਵਿੰਦਰ ਜੀ, ਰਾਜਨੀਤਿਕ ਲੋਕਾਂ ਦੇ ਦਾਅਵੇ ਵਾਅਦੇ ਬਹੁਤ ਕੁਝ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਸੰਬੰਧੀ ਉਸ ਸਮੇਂ ਦੇ ਅਨੁਸਾਰ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਚੀਜ਼ ਨੂੰ ਕਿਵੇਂ ਵਰਤਣਾ। ਇੰਨੀ ਸੱਚੀ ਸੁੱਚੀ ਜਾਗਦੀ ਜ਼ਮੀਰ ਵਾਲੇ ਲੋਕ ਜੇ ਹੋਣ ਤਾਂ ਫਿਰ ਉਹ ਰਾਜਨੀਤਿਕ ਖੇਤਰ 'ਚ ਨਹੀਂ ਹੁੰਦੇ ਸੁਖਵਿੰਦਰ ਜੀ, ਉਹ ਕਿਸੇ ਹੋਰ ਦੌਰੇ ਤੇ ਹੁੰਦੇ ਨੇ। ਸੋ ਇਹ ਵੇਖਣਾ ਹੋਵੇਗਾ। ਸਭ ਤੋਂ ਵੱਡੀ ਗੱਲ ਤਾਂ ਇਹੋ ਹੈ ਕਿ ਪਹਿਲਾਂ ਇਹ ਤਾਂ ਵੇਖੋ ਕਿ ਉਹ ਧਰਨੇ 'ਚ ਬੈਠਦੇ ਆ ਜਾਂ ਨਹੀਂ ਬੈਠਦੇ। ਔਰ ਜਿੱਥੋਂ ਤੱਕ ਮੈਨੂੰ ਲੱਗਦਾ, ਮੇਰਾ ਨਹੀਂ ਖਿਆਲ ਕਿ ਜਿਹੋ ਜਿਹੀ ਉਹ ਪਰਸਨੈਲਿਟੀ ਹੈ ਜਾਂ ਜਿਹੋ ਜਿਹੀ ਉਹ ਸ਼ਖਸੀਅਤ ਨੇ ਕਿ ਇੱਕਦਮ ਹੀ ਇੰਨੇ ਬਗਾਵਤੀ ਸੁਰ ਅਪਣਾ ਕੇ ਇੱਕ ਬਗਾਵਤ ਹੋਏਗੀ ਜੇਕਰ ਉਹ ਧਰਨੇ 'ਚ ਬੈਠਦੇ ਆ। ਧਰਨੇ 'ਚ ਬੈਠਣਗੇ ਨਹੀਂ ਸਰਕਾਰ ਦੇ ਖਿਲਾਫ, ਹਾਂ ਵਿਚਲਾ ਰਸਤਾ ਜ਼ਰੂਰ ਲੱਭ ਕੇ ਸਾਲਸੀ ਜ਼ਰੂਰ ਕਰ ਸਕਦੇ ਆ, ਟਾਈਮ ਜ਼ਰੂਰ ਦਵਾ ਸਕਦੇ ਆ, ਕਿਉਂਕਿ ਉਹ ਜ਼ਿਲ੍ਹੇ ਵਿੱਚ ਉਹਨਾਂ ਦਾ ਇੱਕ ਨਿੱਜੀ ਆਧਾਰ ਆ। ਔਰ ਬਰਗਾੜੀ ਮੋਰਚੇ ਦੇ ਜਿਹੜੇ ਸੰਚਾਲਕ ਨੇ ਉਹ ਵੀ ਉਹਨਾਂ ਨੂੰ ਇੱਕ ਆਦਰ ਦੀ ਨਜ਼ਰ ਦੇ ਨਾਲ ਦੇਖਦੇ ਨੇ, ਇੱਕ ਸਿਆਣੇ ਮਨੁੱਖ ਵਜੋਂ ਉਹਨਾਂ ਨੂੰ ਦੇਖਦੇ ਨੇ। ਸੋ ਮੇਰਾ ਨਹੀਂ ਖਿਆਲ ਕਿ ਏਡੀ ਵੱਡੀ ਬਗਾਵਤ ਜਿਹੜੀ ਆ ਕੁਲਤਾਰ ਸਿੰਘ ਸੰਧਵਾ ਹੁਣ ਆਪਣੀ ਹੀ ਸਰਕਾਰ ਦੇ ਖਿਲਾਫ ਕਰਨ, ਜਦੋਂ ਕਿ ਉਹਨਾਂ ਕੋਲ ਇੰਨਾ ਉੱਚਾ ਅਹੁਦਾ ਜਿਹੜਾ ਸਪੀਕਰ ਦਾ ਅਹੁਦਾ ਜਿਹੜਾ ਉਹਨਾਂ ਕੋਲ ਹੈਗਾ। ਬਾਕੀ ਸਮਾਂ ਜਿਹੜਾ ਸੁਖਵਿੰਦਰ ਜੀ ਉਹ ਕੱਲ ਜ਼ਰੂਰ ਦੱਸੂਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੂਜੇ ਪਾਸੇ ਪੀੜਤ ਜਿਹੜਾ ਇਨਸਾਫ ਮੋਰਚਾ, ਉਹਨਾਂ ਦੀ ਇਸ ਸੰਬੰਧ ਦੇ ਵਿੱਚ ਰਾਏ ਕਿਹੋ ਜਿਹੀ ਬਣਦੀ, ਕੀ ਕੋਈ ਅਹਿਮ ਐਲਾਨ ਹੋਵੇਗਾ ਤੇ ਜਾਂ ਸਰਕਾਰ ਇਸ ਗੱਲ ਤੇ ਕਿਸੇ ਤਰੀਕੇ ਨਾਲ ਕੋਈ ਵੱਡੀ ਕਾਰਵਾਈ ਅੱਜ ਕਰ ਸਕਦੀ ਆ। ਜੇ ਮੰਨ ਲਓ ਕਿ ਸੁਬੇਰ ਸਿੰਘ ਸੈਣੀ ਨੂੰ ਜਿਸ ਤਰੀਕੇ ਨਾਲ ਅੱਜ ਸੱਦਿਆ, ਹਾਲਾਂਕਿ ਸੁਬੇਰ ਸਿੰਘ ਸੈਣੀ ਦਾ ਇਹ ਵੀ ਪਤਾ ਨਹੀਂ ਕਿ ਉਹ ਪੇਸ਼ ਹੁੰਦਾ ਕਿ ਨਹੀਂ ਹੁੰਦਾ, ਅੱਜ ਤੱਕ ਬੜੇ ਇਹੋ ਜਿਹੇ ਮੌਕੇ ਨੇ, ਪਰ ਸਰਕਾਰ ਕੋਲ ਕੁਝ ਵੀ ਉਹਨਾਂ ਲੋਕਾਂ ਨੂੰ ਕਹਿਣ ਨੂੰ ਦਿਖਾਈ ਦੇ ਨਹੀਂ ਰਿਹਾ ਜੋ ਪਰਦੇ ਦੇ ਸਾਹਮਣੇ ਦੀ ਗੱਲ ਆ। ਹਾਂ, ਪਰਦੇ ਦੇ ਪਿੱਛੇ ਕੀ ਸਿਆਸਤ ਹੋਈ ਆ ਇਹ ਸੁਖਵਿੰਦਰ ਜੀ ਕੱਲ ਦੱਸੇ ਕਿ ਸੁਬੇਰ ਸਿੰਘ ਸੈਣੀ ਨੂੰ ਅੱਜ ਤਲਬ ਹੀ ਇਸ ਕਰਕੇ ਕੀਤਾ ਗਿਆ ਕਿ ਕੱਲ ਵਾਲੀ ਜਿਹੜੀ ਕਾਰਵਾਈ ਨੂੰ ਥੋੜਾ ਠੰਡਾ ਕੀਤਾ ਜਾ ਸਕੇ, ਕੱਲ ਵਾਲੀ ਜਿਹੜੀ ਕਾਰਵਾਈ ਬਰਗਾੜੀ ਮੋਰਚੇ ਨੇ ਲੈਣੀ ਹੈ ਉਸ ਨੂੰ ਜਿਹੜਾ ਰੋਕਿਆ ਜਾ ਸਕੇ। ਇਸੇ ਕਰਕੇ ਸੁਬੇਰ ਸਿੰਘ ਸੈਣੀ ਨੂੰ ਇੱਕ ਦਿਨ ਪਹਿਲਾਂ ਤਲਬ ਕੀਤਾ ਗਿਆ। ਨਹੀਂ, ਉਹ ਤਾਂ ਕੁਦਰਤੀ ਤੌਰ ਤੇ ਹੀ ਸੁਖਵਿੰਦਰ ਜੀ, ਇਹ ਤਾਂ ਇਹੋ ਕੁਝ ਹੈ। ਇਸ 14 ਦਿਨਾਂ ਦੇ ਵਿੱਚ ਜਾਂ 1.5 ਮਹੀਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਪੁੱਛਗਿੱਛ ਵਾਸਤੇ ਸੱਦਿਆ, SIT ਉਹਦੇ ਘਰ ਵੀ ਗਈ, ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਹੈ। LK ਯਾਦਵ ਵਾਲੀ ਜਾਂ ਨੌ ਨਿਹਾਲ ਸਿੰਘ ਵਾਲੀ ਜਿਹੜੀ ਸਿੱਟ ਸੀ ਉਹਦੇ ਮੈਂਬਰਾਂ ਨੇ ਵੀ ਉਹਨਾਂ ਸੰਬੰਧਤ ਥਾਵਾਂ ਦਾ ਦੌਰਾ ਕੀਤਾ। ਪਰ ਸੁਖਵਿੰਦਰ ਜੀ, ਇਹ ਦੌਰੇ ਪਿਛੇ 7 ਸਾਲੋਂ ਤੋਂ ਅਸੀਂ ਵੇਖਦੇ ਆ ਰਹੇ ਹਾਂ, ਪਿਛਲੇ ਬਹੁਤ ਲੰਮੇ ਅਰਸੇ ਤੋਂ ਇਹੋ ਜਿਹੜੀ ਪ੍ਰਕਿਰਿਆ ਆ ਦੁਹਰਾਈ ਜਾ ਰਹੀ ਹੈ। ਹਾਂ, ਕੱਲ ਜ਼ਰੂਰ ਬਦਲ ਗਿਆ ਮੁਸ਼ਕਲਾਂ ਤਾਂ ਦੂਜੀ ਪਾਸੇ ਅਣਖੀ ਸਾਹਿਬ ਦੇਖੋ ਫੇਲੂਅਰ ਦੇਖੋ ਸਰਕਾਰ ਦਾ ਕਿੱਡਾ ਹੈ, ਦੇਖੋ ਫੇਲੂਅਰ ਕਿੱਡਾ ਸਰਕਾਰ ਦਾ। ਜਿਹੜੀ ਹੈ ਨਾ ਤਾਂ ਐਕਸਾਈਜ਼ ਪਾਲਿਸੀ, ਨਾ ਹੀ ਕੋਈ ਰੇਤੇ ਦੀ ਪਾਲਿਸੀ ਜਿਹੜੀ ਹੈ ਹਾਲੇ ਤੱਕ ਲਾਗੂ ਕਰ ਸਕੀ ਹੈ। ਅਹਿਮ ਪਾਲਿਸੀਆਂ ਤੇ ਜਿਨ੍ਹਾਂ ਤੇ ਸਰਕਾਰ ਬਣਾਉਣ ਦੇ ਦਾਅਵੇ ਕਰਦੇ ਸੀ ਔਰ ਪੈਸੇ ਕਮਾਉਣ ਦੇ ਦਾਅਵੇ ਕਰਦੀ ਸੀ ਸਰਕਾਰ, ਪੰਜਾਬ ਦਾ ਕਰਜ਼ਾ ਉਤਾਰਨ ਦੀ ਦਾਅਵੇ ਕਰਦੀ ਸੀ ਸਰਕਾਰ, ਤਾਂ ਉਹ ਜਿਹੜੇ ਪਾਲਿਸੀਆਂ ਹਾਲੇ ਤੱਕ ਜਿਹੜੀ ਸਰਕਾਰ ਅਣਖੀ ਸਾਹਿਬ ਉਹ ਲਾਗੂ ਨਹੀਂ ਕਰ ਸਕੀ। ਦੂਜੇ ਪਾਸੇ ਪੰਜਾਬ ਦੀ ਜਿਹੜੀ ਹੈ ਉਹ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਵਿਗੜੀ ਹੋਈ ਹੈ, ਉਹਦੇ ਤੇ ਜਿਹੜੀ ਆ ਕਾਬੂ ਪਾਈ ਨਹੀਂ ਜਾ ਸਕਿਆ ਹਾਲੇ ਤੱਕ। ਉਲਟਾ ਜਿਹੜਾ ਜਾਇਜ਼ ਹਥਿਆਰਾਂ ਦੇ ਉੱਪਰ ਜਿਹੜੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਤੇ ਇੰਨੇ ਅਹਿਮ ਮਸਲੇ ਉੱਪਰ ਜਿਹੜਾ ਆਪਣਾ ਬਰਗਾੜੀ ਮਸਲੇ ਦੀ, ਬਹਿਬਲ ਕਲਾਂ ਗੋਲੀ ਕਾਂਡ ਮਸਲੇ, ਬੇਅਦਬੀ ਮਸਲਿਆਂ ਦੀ ਗੱਲ ਕਰ ਰਹੇ ਆ, ਇਹ ਵੀ ਪੁਲਿਸ ਨੇ ਇਨਸਾਫ ਦਿਵਾਉਣਾ। ਤਾਂ ਦੇਖੋ ਅਹਿਮ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇੱਕ ਤਾਂ ਰੇਤੇ ਦੀ ਪਾਲਿਸੀ, ਐਕਸਾਈਜ਼ ਪਾਲਿਸੀ ਹੋ ਗਈ, ਇਹ ਨਹੀਂ ਲਾਗੂ ਕੀਤੀਆਂ ਗਈਆਂ ਸਰਕਾਰ ਦੇ ਵੱਲੋਂ, ਜਿਹੜੇ ਪਹਿਲ ਕਦਮ ਹੋਣੇ ਚਾਹੀਦੇ ਸੀ। ਲਾਅ ਐਂਡ ਆਰਡਰ ਦੀ ਸਥਿਤੀ ਤੇ ਇਹ ਵੱਡਾ ਇੱਕ ਮਸਲਾ ਸੀਗਾ ਬਹਿਬਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਦਾ, ਜਿਹੜਾ ਕਿ ਸੁਲਝਾਉਣਾ ਸੀ। ਪਰ ਸਰਕਾਰ ਦਾ ਫੇਲੂਅਰ ਦੇਖੋ ਅਣਖੀ ਸਾਹਿਬ, ਜਿੱਥੇ ਪਾਲਿਸੀਆਂ ਨਹੀਂ ਬਣਾ ਸਕੀ, ਜਿੱਥੇ ਪਾਲਿਸੀਆਂ ਨਹੀਂ ਲਾਗੂ ਕਰ ਸਕੀ, ਉੱਥੇ ਜਿਹੜੀ ਪੰਜਾਬ ਦੇ DGP ਨੂੰ ਵੀ ਪੱਕੇ ਤੌਰ ਤੇ ਨਹੀਂ ਹਾਲੇ ਤੱਕ ਲਾ ਸਕੀ। ਆਰਜੀ ਤੌਰ ਤੇ ਪੰਜਾਬ ਦਾ DGP ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ, ਜਦਕਿ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਕਿੰਨੀ ਮਾੜੀ ਹੋਈ ਪਈ ਹੈ। ਅਹਿਮ ਮਸਲੇ ਜਿਹੜੇ ਹਾਲੇ ਪੈਂਡਿੰਗ ਪਏ ਨੇ, ਉਹਦੇ ਵਿੱਚ ਇਨਸਾਫ ਨਹੀਂ ਮਿਲ ਸਕਿਆ। ਪਰ ਫੇਲੂਅਰ ਦੇਖੋ ਸਰਕਾਰ ਦਾ, ਜਿੱਥੇ ਪਾਲਿਸੀਆਂ ਨਹੀਂ ਲਾਗੂ ਕਰ ਸਕੀ ਉੱਥੇ DGP ਵੀ ਪੱਕਾ ਨਹੀਂ ਲਵਾ ਸਕੀ ਆਪਣਾ। 6 ਮਹੀਨਿਆਂ ਦਾ ਸਮਾਂ ਜਿਹੜਾ ਤੁਸੀਂ ਆਰਜੀ DGP ਨੂੰ ਦੇ ਸਕਦੇ ਹੋ, ਪਰ ਮੇਰੇ ਖਿਆਲ ਚ 5 ਵੇਚ ਚੁੱਕੇ ਤੇ ਸਰਕਾਰ ਜਿਹੜੀ ਆ ਗੁਜਰਾਤ ਦੌਰੇ ਤੇ ਆ। ਸੁਖਵਿੰਦਰ ਜੀ, ਇਸ ਮਸਲੇ ਦੇ ਵਿੱਚ ਸਰਕਾਰ ਦੀ ਮਜਬੂਰੀ ਇਹ ਆ ਕਿ ਸ਼ਾਇਦ ਇਸ ਤਰ੍ਹਾਂ ਲੱਗਦਾ ਕਿ ਸਰਕਾਰ ਨੂੰ ਗੌਰਵ ਯਾਦਵ ਤੋਂ ਇਲਾਵਾ ਕੋਈ ਹੋਰ ਕੋਈ ਕਾਬਲ ਅਫਸਰ ਮਿਲ ਨਹੀਂ ਰਿਹਾ, ਕਿਉਂਕਿ ਜਿਹੜੀ UPSC ਦੇ ਪੈਨਲ ਨੂੰ ਜਿਹੜੀ ਲਿਸਟ ਭੇਜੀ ਜਾਣੀ ਆ, ਉਸ ਲਿਸਟ ਦੇ ਵਿੱਚ ਉਸ ਲਿਸਟ ਦੇ ਮੁਤਾਬਕ ਜਿਹੜਾ ਗੌਰਵ ਯਾਦਵ ਦਾ ਨੰਬਰ ਜਿਹੜਾ ਉਹ 8ਵੇਂ ਨੰਬਰ ਤੇ ਆਉਂਦਾ, ਤੇ 7 ਨੰਬਰ ਜਿਹੜੇ ਨੇ 7 ਲੋਕ ਜਿਹੜੇ ਨੇ ਅਸੀਂ ਕਹਿ ਸਕਦੇ ਕਿ ਅਫਸਰ ਗੌਰਵ ਯਾਦਵ ਤੋਂ ਉੱਪਰਲੇ ਹਨ, ਤੇ ਉਹਨਾਂ 7 ਦੇ ਵਿੱਚੋਂ ਕੇਵਲ 3 ਵਿਅਕਤੀਆਂ ਦਾ ਨਾਮ ਜਿਹੜਾ UPSC ਨੂੰ ਪੈਨਲ ਦੇ ਵਿੱਚ ਭੇਜਿਆ ਜਾਂਦਾ, ਤੇ ਉਹਦੇ ਵਿੱਚ ਕਿਸੇ ਵੀ ਸੂਰਤ 'ਚ ਗੌਰਵ ਯਾਦਵ ਦਾ ਨਾਮ ਸ਼ਾਮਲ ਨਹੀਂ ਕੀਤਾ ਜਾ ਸਕਦਾ। ਹਾਂ, ਉਹਨਾਂ ਨੂੰ ਕਾਰਜਕਾਰੀ ਜਿਹੜਾ ਕੰਮ ਚਲਾਊ DGP ਲਾਇਆ ਜਾ ਸਕਦਾ।
ਤੇ ਇਹਨਾਂ ਨੂੰ ਗੌਰਵ ਯਾਦਵ ਨੂੰ ਜਿਹੜਾ ਕਾਰਜਕਾਰੀ ਡੀਜੀਪੀ ਉਸ ਸਮੇਂ ਲਾਇਆ ਗਿਆ ਸੀ ਜਦੋਂ ਵੀਕੇ ਭਾਵਰਾ ਜਦੋਂ ਆਏ, ਉਹਨਾਂ ਨੂੰ ਜਬਰੀ ਛੁੱਟੀ ਤੇ ਭੇਜ ਦਿੱਤਾ। ਜਦੋਂ 2 ਮਹੀਨੇ ਦੀ ਛੁੱਟੀ ਤੋਂ ਉਹ ਬਾਅਦ ਆਏ ਵਾਪਸ, ਤਾਂ ਉਹਨਾਂ ਨੂੰ ਅਹੁਦਾ ਦੇਣ ਦੀ ਬਜਾਏ ਪੰਜਾਬ ਪੁਲਿਸ ਹਾਊਸਿੰਗ ਬੋਰਡ ਦਾ ਉਹਨਾਂ ਨੂੰ ਚੇਅਰਮੈਨ ਲਾ ਦਿੱਤਾ। ਹੁਣ ਗੌਰਵ ਯਾਦਵ ਹੋਣਾ ਦੇ ਕਾਰਜਕਾਲ ਦੇ ਦੌਰਾਨ ਜਿਸ ਤਰੀਕੇ ਦੀ ਆਪਾਂ ਅਮਨ ਕਾਨੂੰਨ ਦੀ ਸਥਿਤੀ ਜਾਂ ਉਹਨਾਂ ਦੀ ਕਾਰਜਸ਼ੈਲੀ ਨੂੰ ਆਪਾਂ ਵੇਖਦੇ ਹਾਂ, ਸਰਕਾਰ ਜਿਹੜੀ ਉਹਨਾਂ ਉੱਤੇ ਦੀ ਭਰੋਸੇਯੋਗਤਾ ਜ਼ਰੂਰ ਕਰ ਰਹੀ ਹੈ, ਕਿਉਂਕਿ ਡੀਜੀਪੀ ਗੌਰਵ ਯਾਦਵ ਦਾ ਇਹ 6 ਮਹੀਨੇ ਦਾ ਕਾਰਜਕਾਲ ਉਸ ਤੋਂ ਪਿਛਲੇ ਦਾ ਅਗਰ ਕਾਰਜਕਾਲ ਵੇਖੋ ਤਾਂ ਸੁਖਵਿੰਦਰ ਜੀ ਫਰਕ ਤਾਂ ਜ਼ਰੂਰ ਨਜ਼ਰ ਆਉਂਦਾ। ਪਰ ਦੂਸਰੇ ਪਾਸੇ ਹੁਣ ਸਥਿਤੀਆਂ ਇਹ ਨੇ ਕਿ 6 ਮਹੀਨੇ ਦਾ ਕਾਰਜਕਾਲ ਜਿਹੜਾ ਖਤਮ ਹੋ ਰਿਹਾ, ਉਸ ਤੋਂ ਇਲਾਵਾ ਕਿ ਇਹਨਾਂ ਕੋਲ ਜਿਹੜਾ 6 ਮਹੀਨੇ ਤੋਂ ਵੱਧ ਇਹ ਡੀਜੀਪੀ ਉਹਨਾਂ ਨੂੰ ਲਾ ਨਹੀਂ ਸਕਦੇ। ਤਾਂ ਅਜਿਹੀ ਸੂਰਤ ਵਿੱਚ ਜ਼ਰੂਰ ਤੌਰ ਤੇ ਜਿਸ ਤਰ੍ਹਾਂ ਅਧਿਕਾਰੀ ਯੂਪੀਐਸਸੀ ਦੇ ਜਾਂ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਦੱਸਦੇ ਆ ਕਿ ਇਹਨਾਂ ਵਾਸਤੇ ਇਹਨਾਂ ਨੂੰ ਜ਼ਰੂਰ ਕੇਂਦਰ ਪਾਸੋਂ ਯੂਪੀਐਸਸੀ ਪਾਸੋਂ ਇਜਾਜ਼ਤ ਜਿਹੜੀ ਲੈਣੀ ਪਏਗੀ। ਹੁਣ ਅਜਿਹੀ ਸਥਿਤੀ ਦੇ ਵਿੱਚ ਇਹ ਵੇਖਣਾ ਹੋਏਗਾ ਜੇ ਗੌਰਵ ਯਾਦਵ ਨਹੀਂ ਤਾਂ ਫਿਰ ਅਗਲਾ ਕੌਣ, ਕਿਉਂਕਿ ਗੌਰਵ ਯਾਦਵ ਤੋਂ ਇਲਾਵਾ ਇਸ ਵੇਲੇ ਮੈਨੂੰ ਇਸ ਤਰ੍ਹਾਂ ਜੋ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਕੋਈ ਹੋਰ ਅਜਿਹਾ ਵਿਅਕਤੀ ਨਜ਼ਰ ਨਹੀਂ ਆ ਰਿਹਾ ਜਿਹੜਾ ਪੰਜਾਬ ਦੀ ਇਸ ਵਿਗੜੀ ਹੋਈ ਸਥਿਤੀ ਦੇ ਅਮਨ ਕਾਨੂੰਨ ਦੀ ਸਥਿਤੀ ਸਮਝ ਲਓ ਜਾਂ ਗੈਂਗਸਟਰਾਂ ਦੇ ਨਾਲ ਜਿਹੜਾ ਹੈਗਾ ਵਾਹ ਲਾਉਣ ਵਾਲੀ ਸਥਿਤੀ ਉਹ ਲੱਭ ਨਹੀਂ ਰਹੀ। ਤਾਂ ਅਜਿਹੀ ਸੂਰਤ ਵਿੱਚ ਕੇਵਲ ਤੇ ਕੇਵਲ ਗੌਰਵ ਯਾਦਵ ਤੇ ਉਹਨਾਂ ਦੀ ਟੇਕ ਜਿਹੜੀ ਆ ਉਹ ਟਿਕੀ ਆ। ਹੁਣ ਇਹ ਟੇਕ ਜਿਹੜੀਆਂ 5 ਮਹੀਨੇ ਨਾ ਕਿ 6ਵਾਂ ਮਹੀਨਾ ਹੈਗਾ, ਤਾਂ ਕੁਦਰਤੀ ਤੌਰ ਤੇ ਸਰਕਾਰ ਨੂੰ ਇਹਦੇ ਸੰਬੰਧੀ ਜ਼ਰੂਰ ਸੋਚਣਾ ਪਏਗਾ ਕਿ ਹਾਂ ਵੀ ਇੱਕ ਪੱਕਾ ਜਿਹੜਾ ਡੀਜੀਪੀ ਉਹ ਲਗਾਇਆ ਜਾਵੇ। ਹੁਣ ਜਿਹੜੀ ਘੁੰਡੀ ਜਿਹੜੀ ਫਸਦੀ ਆ ਉਹ 8ਵੇਂ ਨੰਬਰ ਤੇ ਫਸਦੀ ਆ, ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਸਰਕਾਰ ਵਾਸਤੇ ਮੁਸ਼ਕਲਾਂ ਜਿਹੜੀਆਂ ਆਉਂਦੇ ਦਿਨਾਂ 'ਚ ਇਹ ਜ਼ਰੂਰ ਵਧਣਗੀਆਂ, ਕਿਉਂਕਿ ਸਰਕਾਰ ਨੇ ਲਾਉਣਾ ਕਿਸ ਨੂੰ ਆ। ਤੁਸੀਂ ਇਹ ਹਿਸਾਬ ਲਾ ਲਓ ਕਿ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਉਸ ਵੇਲੇ ਡੀਜੀਪੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਕੀਤਾ ਕਿ ਉਸ ਨੂੰ ਹਟਾਓ, ਸਰਦਾਰ ਜਿਹੜੇ ਚਟੋਪਾਧਿਆਏ ਸਨ ਜਾਂ ਦੂਜੇ ਪਾਸੇ ਕਈ ਕੁਝ ਕਸ਼ਮਕਸ਼ ਜਿਹੜੀ ਚੱਲਦੀ ਰਹੀ। ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਸਰਕਾਰ ਵਾਸਤੇ ਵੀ ਬੜਾ ਮੁਸ਼ਕਲ ਹੋ ਜਾਂਦਾ, ਤੇ ਸ਼ਾਇਦ ਇਹਨਾਂ ਸਥਿਤੀਆਂ ਦਾ ਲਾਭ ਹੀ ਜਿਹੜਾ ਅਪਰਾਧ ਜਗਤ ਦੇ ਜਿਹੜੇ ਲੋਕ ਨੇ ਉਹ ਉਠਾਉਂਦੇ ਨੇ। ਸੋ ਸਰਕਾਰ ਨੂੰ ਇਹਦੇ ਸੰਬੰਧੀ ਕੋਈ ਨਾ ਕੋਈ ਫੈਸਲਾ ਜਿਹੜਾ ਜ਼ਰੂਰ ਲੈਣਾ ਪਵੇਗਾ, ਨਹੀਂ ਤਾਂ ਜਿਹੜੀ ਸਥਿਤੀ ਹੈ ਸੁਖਵਿੰਦਰ ਜੀ, ਜਿਸ ਤਰ੍ਹਾਂ ਅੱਜ ਤੁਸੀਂ ਦੇਖੋ ਕਿ ਹਰ ਰੋਜ਼ ਪੁਲਿਸ ਦੇ ਵੱਡੇ ਅਫਸਰਾਂ ਦੀ ਜਿਹੜੇ ਪੱਧਰ ਦੇ ਬਦਲੀਆਂ ਜਿਹੜੀਆਂ ਹੁੰਦੀਆਂ ਨੇ, ਤਾਂ ਸ਼ਾਇਦ ਇਹ ਸਰਕਾਰ ਦਾ ਵੀ ਇੱਕ ਤਰੀਕਾ ਹੈਗਾ ਕਿ ਅਫਸਰ ਜਿੰਨਾ ਚਿਰ ਨੂੰ ਇੱਕ ਜਗ੍ਹਾ ਨੂੰ ਸਮਝ ਸਕੇ ਉਹਦੀ ਬਦਲੀ ਕਰਕੇ ਦੂਜਾ ਅਫਸਰ ਉੱਥੇ ਦਰਦਾਤ ਕਰ ਦੋ। ਪਰ ਕੁਝ ਲੋਕ ਇਹ ਵੀ ਗੱਲ ਸੋਚਦੇ ਆ ਕਿ ਸ਼ਾਇਦ ਸਰਕਾਰ ਦਾ ਇਹ ਅਨਾੜੀਪਨ ਆ, ਸਰਕਾਰ ਦੀ ਉੱਤੇ ਸਰਕਾਰ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਉਨੀ ਪਕੜ ਰਹੀ ਨਹੀਂ, ਜਿਸ ਕਰਕੇ ਕੰਮ ਕਰਦਾ ਪਤਾ ਨਹੀਂ ਲੱਗ ਰਿਹਾ। ਤੇ ਸ਼ਾਇਦ ਇਸ ਦਾ ਇਹੋ ਹੀ ਕਾਰਨ ਆ ਕਿ ਅਜੇ ਪੰਜਾਬ ਸਰਕਾਰ ਕੋਲ ਕੋਈ ਪੱਕਾ ਡੀਜੀਪੀ ਨਹੀਂ ਲਾਇਆ ਗਿਆ। ਸੋ ਆਉਂਦੇ ਦਿਨਾਂ 'ਚ ਉਹਨੂੰ ਵੇਖਣਾ ਹੋਵੇਗਾ ਕਿ ਸਰਕਾਰ ਆ ਜਿਹੜੀ ਮੁਸ਼ਕਲ ਆ ਮਾਈਨਿੰਗ ਦੀ ਪਾਲਿਸੀ, ਜਿਹੜੀ ਐਕਸਾਈਜ਼ ਪਾਲਿਸੀ ਸੁਖਵਿੰਦਰ ਜੀ, ਉਹ ਅਲੱਗ ਤਰ੍ਹਾਂ ਦੇ ਵਿਸ਼ੇ ਨੇ। ਇਹ ਜਿਹੜਾ ਇੱਕ ਟੈਕਨੀਕਲ ਵਿਸ਼ਾ ਹੈਗਾ, ਇਸ ਟੈਕਨੀਕਲ ਵਿਸ਼ੇ 'ਚ ਇਹ ਵੇਖਣਾ ਹੋਵੇਗਾ ਕਿ ਸਰਕਾਰ ਦਾ ਹੁਣ ਅਗਲਾ ਕਦਮ ਕਿਹੋ ਜਿਹਾ ਆ, ਕਿ ਸਰਕਾਰ ਡੀਜੀਪੀ ਗੌਰਵ ਯਾਦਵ ਨੂੰ ਬਹਾਲਣ ਵਾਸਤੇ ਹੋਰ ਕਿਹੜਾ ਵਿਚਲਾ ਰਸਤਾ ਕੱਢਦੀ ਆ। ਮੈਨੂੰ ਨਹੀਂ ਲੱਗਦਾ, ਮੈਨੂੰ ਨਹੀਂ ਲੱਗਦਾ ਸਾਰੇ ਮਸਲੇ ਛੱਡ ਕੇ ਦੇਖੋ ਡੀਜੀਪੀ ਪੰਜਾਬ ਦਾ ਕਿਹੜਾ ਮਸਲਾ ਹੈਗਾ। ਦੇਖੋ ਡੀਜੀਪੀ ਬੇਸ਼ੱਕ ਕੰਮ ਕਰ ਰਹੇ ਹੋਣ, ਪਰ ਇੱਕ ਵਾਰੀ ਜਦੋਂ ਆਪਣੇ ਮਨ ਦੇ ਵਿੱਚ ਹੁੰਦਾ ਨਾ ਕਿ ਅਸੀਂ ਪੱਕੇ ਆ ਸੀਟ ਦੇ ਉੱਪਰ, ਤਾਂ ਅਸੀਂ ਉਸ ਤਰੀਕੇ ਦੇ ਨਾਲ ਕੰਮ ਕਰਦੇ ਹਾਂ। ਜਦੋਂ ਕੱਚਾ ਪੱਕਾ ਹੁੰਦਾ ਫਿਰ ਥੋੜਾ ਜਿਹਾ ਬੰਦਾ ਉਸ ਤਰੀਕੇ ਦਾ ਕੰਮ ਕਰਦਾ। ਹਾਲਾਂਕਿ ਅਸੀਂ ਡੀਜੀਪੀ ਦੇ ਕੰਮਕਾਜ ਤੇ ਜਿਹੜਾ ਉਹ ਸਵਾਲ ਨਹੀਂ ਚੱਕ ਰਹੇ ਜਾਂ ਮਨਸ਼ਾ ਤੇ ਸਵਾਲ ਨਹੀਂ ਚੱਕ ਰਹੇ, ਪਰ ਫਿਰ ਵੀ ਇੱਕ ਜਦੋਂ ਜਿਹੜਾ ਪਾਵਰ ਮਿਲ ਜਾਂਦੀ ਹੈ, ਖੁੱਲਾ ਹੈਂਡ ਮਿਲ ਜਾਂਦਾ ਔਰ ਪੱਕੇ ਤੌਰ ਤੇ ਡੀਜੀਪੀ ਜਿਹੜਾ ਹੋ ਜਾਂਦਾ ਹੈ, ਤਾਂ ਫਿਰ ਜਿਹੜੀ ਸਥਿਤੀ ਹੋਰ ਕਿਸੇ ਤਰੀਕੇ ਦੀ ਹੋ ਜਾਂਦੀ ਹੈ। ਔਰ ਜਿਹੜੇ ਕੰਮ ਕਰਨ ਵਾਲੇ ਆ, ਅਹਿਮ ਜਿਹੜੇ ਕੰਮ ਹੈ, ਉਹਨਾਂ ਕੰਮਾਂ ਨੂੰ ਛੱਡ ਕੇ ਸਰਕਾਰ ਜਿਹੜੀ ਗੁਜਰਾਤ ਤੁਰੀ ਫਿਰਦੀ ਹੈ, ਇਸ ਤੇ ਮੈਂ ਜਿਹੜੇ ਸਵਾਲ ਚੁੱਕੇ ਸੀਗੇ, ਜਿਹੜੀ ਕਿ ਫੇਲੂਅਰ ਦੇ ਵੱਲ ਇਸ਼ਾਰਾ ਜਿਹੜਾ ਉਹ ਕਰਦੇ ਹੈਗੇ ਆ। ਤਾਂ ਅਗਲੀ ਖਬਰ ਅੰਕੀ ਸਾਹਿਬ ਕਰ ਲੈਣੇ ਆ। ਅਗਲੀ ਖਬਰ ਹੈ ਕਿ ਇੱਕ ਹੋਰ ਸਾਬਕਾ ਮੰਤਰੀ ਤੇ ਇੱਕ ਵੱਡਾ ਅਧਿਕਾਰੀ ਜਿਹੜਾ ਉਹਨੂੰ ਤਲਬ ਕਰ ਲਿਆ ਗਿਆ। ਸਰਕਾਰ ਨੇ ਸ਼ਿਕੰਜਾ ਕੱਸਤਾ ਵੱਡੇ ਘਪਲੇ ਦੇ ਵਿੱਚ। ਕੀ ਕੁਝ ਮਾਮਲਾ, ਇਹ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ। ਸੁਖਵਿੰਦਰ ਜੀ, ਅੱਜ ਜਿਹੜੇ ਦੋ ਮੰਤਰੀ, ਇੱਕ ਸਾਬਕਾ ਮੰਤਰੀ ਤੇ ਇੱਕ ਸਾਬਕਾ ਉੱਚ ਅਧਿਕਾਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸਰਵੇਸ਼ ਕੌਸ਼ਲ ਜਿਹੜੇ IAS ਅਧਿਕਾਰੀ ਨੇ, ਉਹਨਾਂ ਨੂੰ ਵਿਜੀਲੈਂਸ ਵੱਲੋਂ ਤਲਬ ਜਿਹੜਾ ਕੀਤਾ ਗਿਆ, ਤੇ ਮਾਮਲਾ ਜਿਹੜਾ 1200 ਕਰੋੜ ਰੁਪਏ ਦੇ ਘਪਲੇ ਦਾ ਹੈਗਾ। ਇਹ ਜਿਹੜਾ ਘਪਲਾ ਆ ਇਹ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸੁਖਵਿੰਦਰ ਜੀ ਹੋਇਆ ਸੀ ਸਿੰਚਾਈ ਵਿਭਾਗ ਨੂੰ ਲੈ ਕੇ, ਜਿਹਦੇ ਵਿੱਚ ਉਸ ਸਮੇਂ ਦੇ ਫਿਰ ਬਾਅਦ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਨਾਮ ਵੀ ਜੁੜ ਗਿਆ, ਤੇ ਸਾਬਕਾ IAS ਅਧਿਕਾਰੀ ਕਾਹਨ ਸਿੰਘ ਪੰਨੂ ਦਾ ਨਾਮ ਵੀ ਆਉਂਦਾ, ਤੇ KVS ਸਿੱਧੂ ਦਾ ਵੀ ਨਾਮ ਆਉਂਦਾ। ਇਹ ਤਿੰਨ ਸਾਬਕਾ IAS ਅਧਿਕਾਰੀ ਨੇ, ਔਰ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਨੇ ਇਹ ਸਾਬਕਾ ਅਕਾਲੀ ਮੰਤਰੀ ਰਹਿ ਚੁੱਕੇ ਨੇ ਸਿੰਚਾਈ ਵਿਭਾਗ ਦੇ। ਤੇ 1200 ਰੁਪਏ ਦਾ ਘਪਲਾ ਸੀ, ਜਿਹਦੇ ਵਿੱਚ ਇੱਕ ਠੇਕੇਦਾਰ ਗੁਰਿੰਦਰ ਸਿੰਘ ਭਾਪੇ ਨੇ ਇਲਜ਼ਾਮ ਲਾਇਆ ਸੀ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਕਿ ਉਹਨੇ ਇਹਨਾਂ ਵਿਅਕਤੀਆਂ ਨੂੰ 21 ਕਰੋੜ ਦੇ ਜਿਹੜੇ IAS ਅਧਿਕਾਰੀ ਨੇ, ਇਹਨਾਂ ਨੂੰ 21 ਕਰੋੜ ਦੀ ਰਾਸ਼ੀ ਜਿਹੜੀ ਆ ਰਿਸ਼ਵਤ ਦੇ ਰੂਪ 'ਚ ਦਿੱਤੀ, ਤੇ 10-10 ਕਰੋੜ ਰੁਪਈਆ ਜਿਹੜਾ ਸੀ ਉਹਨੇ ਮੰਤਰੀਆਂ ਨੂੰ, ਜਿਹੜੇ ਉਸ ਸਮੇਂ ਸਿੰਚਾਈ ਵਿਭਾਗ ਦੇ ਮੰਤਰੀ ਸਨ, ਉਹਨਾਂ ਨੂੰ ਦਿੱਤੇ। ਤਾਂ ਇਹਦੇ ਵਾਸਤੇ
ਉਹਨੇ ਬਕਾਇਦਾ ਤੌਰ ਤੇ ਐਫੀਡੇਵਿਟ ਜਿਹੜਾ ਸੀ ਉਸ ਸਮੇਂ 'ਚ ਦਿੱਤਾ। ਇਹ ਅੱਜ ਦੀ ਸਮੇਂ ਦੀ ਗੱਲ ਨਹੀਂ, ਮੈਂ ਪਿਛਲੇ ਸਮੇਂ ਦੀ ਗੱਲ ਕਰ ਰਿਹਾ। ਤੇ ਉਹ ਪਰਚਾ ਜਿਹੜਾ ਸੀ, ਜਿਹੜੀ ਜਾਂਚ ਸੀ, ਇਹ 2017 ਦੀ ਗੱਲ ਹੈ, ਜਦੋਂ ਵਿਜੀਲੈਂਸ ਨੂੰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ ਤੇ ਉਸ ਵੇਲੇ ਇਹ ਘਟਾਲਾ ਉਜਾਗਰ ਹੁੰਦਾ ਤੇ 2017 ਦੇ ਵਿੱਚ ਵਿਜੀਲੈਂਸ ਜਿਹੜੀ ਆ ਇਹਨਾਂ ਅਧਿਕਾਰੀਆਂ ਦੇ ਖਿਲਾਫ ਪਰਚਾ ਜਿਹੜਾ ਦਰਜ ਕਰਦੀ ਹੈ। ਪਰ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਉਸ ਦੇ ਵਿੱਚ ਸਰਵੇਸ਼ ਕੌਸ਼ਲ, KBS ਸਿੱਧੂ ਉਸ ਵਕਤ ਇਹ ਸਾਬਕਾ ਅਧਿਕਾਰੀ ਨਹੀਂ ਸਨ, ਜਦੋਂ ਕਿ ਇਹ ਮੌਜੂਦਾ ਸਮੇਂ ਦੇ ਵਿੱਚ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਸ਼ਾਸਨ ਦੇ ਵਿੱਚ ਅਹਿਮ ਅਧਿਕਾਰੀ ਸਨ। ਤਾਂ KBS ਸਿੱਧੂ ਜਿਹੜਾ ਸੀ ਉਸ ਸਮੇਂ ਉਸਨੇ ਪੰਜਾਬ ਦਾ ਚੀਫ ਸੈਕਟਰੀ ਬਣਨ ਵਾਸਤੇ ਵੀ ਕਹਿੰਦੇ ਨੇ ਲੌਬਿੰਗ ਕੀਤੀ। ਈਵਨ ਕਿ ਪ੍ਰਿੰਕਾ ਗਾਂਧੀ ਤੱਕ ਵੀ ਜਿਹੜੇ ਕਾਂਗਰਸ ਦੇ ਨੇਤਾ ਸਨ ਉਹਨਾਂ ਵੀ ਜ਼ੋਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਪਵਾਇਆ। ਪਰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵੀ ਕਾਰਵਾਈ KBS ਸਿੱਧੂ ਨੂੰ ਇਸ ਮੁੱਦੇ ਤੇ ਨਹੀਂ ਸੀ ਲੱਗਣ ਦਿੱਤਾ ਤੇ ਸਰਵੇਸ਼ ਕੌਸ਼ਲ ਨੂੰ ਉਹਨਾਂ ਨੇ ਪੰਜਾਬ ਦਾ ਜਿਹੜਾ ਚੀਫ ਸੈਕਟਰੀ ਜਿਹੜਾ ਲਾਤਾ ਇਸੇ ਗੱਲਾਂ ਕਰਕੇ। ਪਰ ਜਿਹੜੀ ਜਾਂਚ ਸੀ, ਜਿਹੜੀ ਵਿਜੀਲੈਂਸ ਨੇ ਜਿਹੜਾ ਪਰਚਾ ਦਰਜ ਕੀਤਾ ਸੀ ਇਹਨਾਂ ਅਧਿਕਾਰੀਆਂ ਦੇ ਖਿਲਾਫ, ਇਹ ਪਰਚੇ ਦੀ ਜਾਂਚ ਉੱਥੇ ਦੀ ਉੱਥੇ ਰੋਕ ਦਿੱਤੀ ਗਈ। ਹੁਣ ਜਦੋਂ 2022 ਦੇ ਵਿੱਚ ਸਰਕਾਰ ਬਦਲਦੀ ਆ ਔਰ ਉਹ ਅਧਿਕਾਰੀ ਰਿਟਾਇਰ ਹੋ ਚੁੱਕੇ ਆ, ਤਾਂ ਇਹ ਮਾਮਲਾ ਜਿਹੜਾ ਸਾਰਾ ਸੀ, ਜਿਹੜਾ 2017 ਦਾ ਦਰਜ ਹੋਇਆ, ਇਹ ਭਗਵੰਤ ਸਿੰਘ ਮਾਨ ਦੇ ਧਿਆਨ 'ਚ ਲਿਆਂਦਾ ਗਿਆ ਤੇ ਭਗਵੰਤ ਸਿੰਘ ਮਾਨ ਨੇ ਇਹਦੀ ਜਾਂਚ ਜਿਹੜੀ ਹੈ ਦੁਬਾਰਾ ਜਿਹੜੀ ਸ਼ੁਰੂ ਕੀਤੀ। ਤਾਂ ਜਦੋਂ ਜਾਂਚ ਸ਼ੁਰੂ ਹੋਈ ਤਾਂ ਕੁਦਰਤੀ ਤੌਰ ਤੇ ਫਿਰ ਹਿਲਜੁਲ ਤਾਂ ਜਿਹੜੀ ਉਹ ਹੋਣੀ ਸੀ। ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਵਿਜੀਲੈਂਸ ਨੇ KBS ਸਿੱਧੂ ਨੂੰ ਤਲਬ ਕੀਤਾ, ਜਦੋਂ ਕਿ ਕਿਸੇ ਵੀ ਸਾਬਕਾ IAS ਅਧਿਕਾਰੀ ਨੂੰ ਸੱਦਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਜਿਹੜੀ ਪ੍ਰਵਾਨਗੀ ਆ ਉਹ ਲੈਣੀ ਹੁੰਦੀ ਹੈ। ਔਰ ਦੂਜੇ ਪਾਸੇ ਜੇਕਰ ਉਹ ਵਿਅਕਤੀ ਦੇ ਖਿਲਾਫ ਕੇਸ ਵੀ ਦਰਜ ਕਰਦਾ ਤਾਂ ਵੀ ਤੁਸੀਂ ਮੁੱਖ ਮੰਤਰੀ ਜਿਹੜੇ ਉਸ ਸਮੇਂ ਦੇ ਹੋਣਗੇ ਉਹਨਾਂ ਕੋਲ ਇਜਾਜ਼ਤ ਜਿਹੜੀ ਲੈਣੀ ਪਏਗੀ। ਪਰ ਵਿਜੀਲੈਂਸ ਨੇ ਕਾਹਲੀ ਕਰਤੀ। ਵਿਜੀਲੈਂਸ ਨੇ KBS ਸਿੱਧੂ ਨੂੰ ਸਿੱਧਾ ਹੀ ਸੱਦ ਲਿਆ। ਜਦੋਂ ਉੱਥੇ ਸਿੱਧਾ ਸੱਦ ਲਿਆ, ਉਸ ਬੰਦੇ ਨੇ ਹਾਈ ਕੋਰਟ 'ਚ ਸ਼ਰਨ ਲੈ ਲਈ ਜਾ ਕੇ, ਤਾਂ ਹਾਈ ਕੋਰਟ ਨੇ 8 ਦਸੰਬਰ ਤੱਕ ਉਹਨਾਂ ਤੇ ਜਿਹੜੀ ਆ ਉਹ ਗ੍ਰਿਫਤਾਰੀ ਦੀ ਰੋਕ ਲਾ ਦਿੱਤੀ ਜਾਂ ਕੋਈ ਵੀ ਪੁੱਛਗਿੱਛ ਕਰਨ ਦੀ ਰੋਕ ਲਾ ਦਿੱਤੀ। ਹੁਣ ਜਿਹੜੀ ਹੈ ਵਿਜੀਲੈਂਸ ਨੇ ਉਹ ਜਿਹੜਾ ਰਸਤਾ ਜਿਹੜੀ ਗਲਤੀ ਨਹੀਂ ਦਰਾਈ, ਬਲਕਿ ਕਿ ਹੁਣ ਉਹਨਾਂ ਨੇ ਪੂਰਨ ਤੌਰ ਤੇ ਸਰਵੇਸ਼ ਕੌਸ਼ਲ ਨੂੰ ਮੁੱਖ ਮੰਤਰੀ ਦੀ ਇਜਾਜ਼ਤ ਦੇ ਨਾਲ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਅੱਜ ਤਲਬ ਕੀਤਾ ਆ ਕਿ ਆਣ ਕੇ ਕੁਝ ਸਵਾਲਾਂ ਦਾ ਜਿਹੜਾ ਤੁਸੀਂ ਜਵਾਬ ਦਿਓ। ਔਰ ਜਿਹੜੀ ਕਰਨ ਸਿੰਘ ਪੰਨੂ ਵਾਲੀ ਜਿਹੜੀ ਗੱਲਬਾਤ ਆ, ਕਰਨ ਸਿੰਘ ਪੰਨੂ ਦੀ ਵੀ ਉਹਨਾਂ ਨੇ ਜਿਹੜੀ ਪੁੱਛਗਿੱਛ ਕਰ ਚੁੱਕੇ ਨੇ। ਉਹਨਾਂ ਦੇ ਸਵਾਲ ਲਿਖਤੀ ਤੌਰ ਤੇ ਉਹਨਾਂ ਨੂੰ ਕੀਤੇ ਤੇ ਲਿਖਤੀ ਤੌਰ ਤੇ ਕਰਨ ਸਿੰਘ ਪੰਨੂ ਜਿਹੜਾ ਉਹਨਾਂ ਦਾ ਜਵਾਬ ਦੇ ਚੁੱਕੇ ਨੇ। ਹੁਣ ਸਰਵੇਸ਼ ਕੌਸ਼ਲ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਸੱਦਿਆ ਗਿਆ। ਇਹਨਾਂ ਸੰਬੰਧੀ ਵੀ ਕਹਿੰਦੇ ਆ ਸਵਾਲਾਂ ਦੀ ਜਿਹੜੀ ਸੂਚੀ ਆ ਉਹ ਤਿਆਰ ਕੀਤੀ ਜਾ ਚੁੱਕੀ ਹੈ। ਸੁਖਵਿੰਦਰ ਜੀ, ਇਹ ਤਾਂ ਕਹਾਣੀ ਇਸ ਕੇਸ ਦੀ ਆ। ਪਰ ਹੁਣ ਇਸ ਕੇਸ ਦੇ ਵਿੱਚ ਹੋਇਆ ਕੀ? ਹੁਣ ਗੁਰਿੰਦਰ ਸਿੰਘ ਜਿਹੜਾ ਪਾਪਾ ਕਹਿੰਦੇ ਨੇ ਕਿ ਉਹਦੀ ਜਿਹੜੀ ਆਮਦਨ ਸੀ ਕੇਵਲ 4 ਕਰੋੜ ਦੀ ਸੀ ਤੇ 5-6 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ ਹੀ ਸੁਖਵਿੰਦਰ ਜੀ ਉਸਦੀ ਜਿਹੜੀ ਜਾਇਦਾਦ ਆ 300 ਕਰੋੜ ਰੁਪਏ ਦੀ ਜਿਹੜੀ ਬਣ ਜਾਂਦੀ ਆ ਇਹਨਾਂ ਅਧਿਕਾਰੀਆਂ ਔਰ ਦੂਜੇ ਪਾਸੇ ਮੰਤਰੀਆਂ ਦੀ ਕਥਿਤ ਸ਼ਹਿ ਦੇ ਨਾਲ। ਔਰ ਇਹ ਵੀ ਗੱਲ ਕਹਿੰਦੇ ਕਿ ਸਿੰਚਾਈ ਵਿਭਾਗ ਦੇ ਵਿੱਚ ਜਿਹੜੇ ਅਫਸਰ ਲੱਗਦੇ ਸਨ ਉਹਦੀ ਮਰਜ਼ੀ ਨਾਲ ਨਿਯੁਕਤ ਹੁੰਦੇ ਸਨ। ਕਹਿਣ ਦਾ ਅਰਥ ਇਹ ਹੈ ਕਿ ਉਸ ਬੰਦੇ ਦੇ ਜਿਹੜੇ ਹੱਥ ਨੇ 2007 ਤੋਂ ਲੈ ਕੇ 2017 ਤੱਕ ਪੂਰਨ ਤੌਰ ਤੇ ਰਲੇ ਲਈ, ਚਾਹੇ ਉਹ ਅਕਾਲੀ ਸਰਕਾਰ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਹੋਣ, ਚਾਹੇ ਬਾਅਦ ਚ ਸ਼ਰਜੀਤ ਸਿੰਘ ਢਿੱਲੋਂ ਜਾਂ ਪਹਿਲੇ ਜਿਹੜੇ ਨੇ ਉਹਨਾਂ ਨਾਲ ਰਲੇ ਨੇ। ਔਰ ਕਹਿੰਦੇ ਨੇ ਇਹ ਵੀ ਗੱਲ ਦਾ ਪਤਾ ਲੱਗਾ ਕਿ ਜਿਹੜੀ ਗੁਰਿੰਦਰ ਸਿੰਘ ਦੇ ਟੈਂਡਰਾਂ ਨਾਲ ਸੰਬੰਧਿਤ ਫਾਈਲ ਸੀ ਉਹ ਕਦੇ ਥੱਲਿਓਂ ਉੱਪਰ ਨੂੰ ਨਹੀਂ ਸੀ ਜਾਂਦੀ, ਬਲਕਿ ਉੱਪਰੋਂ ਉਹਦੀ ਫਾਈਲ ਥੱਲੇ ਨੂੰ ਹੁੰਦੀ ਸੀ। ਸੋ ਅਜਿਹੀ ਸੂਰਤ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਬੰਦਾ 4 ਕਰੋੜ ਦੀ ਆਮਦਨ ਤੋਂ 300 ਕਰੋੜ ਦਾ ਅੰਕੜਾ 10 ਸਾਲਾਂ 'ਚ ਪਾਰ ਕਰ ਜਾਂਦਾ ਤਾਂ ਫਿਰ ਉਸਨੇ ਕਿੰਨੇ ਵੱਡੇ ਪੱਧਰ ਤੇ ਰਿਸ਼ਵਤ ਜਿਹੜੀ ਉਹ ਦਿੱਤੀ ਹੋਊਗੀ। ਸੋ ਇਹ ਜਿਹੜੇ ਤੱਥ ਨੇ, ਇਹ ਤੱਥ ਜ਼ਰੂਰ ਹੈਰਾਨੀਜਨਕ ਨਹੀਂ। ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਸੁਖਵਿੰਦਰ ਜੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਹੋਵੇ, ਚਾਹੇ ਅਕਾਲੀ ਭਾਜਪਾ ਸਰਕਾਰ ਦੀ ਹੋਵੇ, ਇਹਨਾਂ 10 ਸਾਲਾਂ 'ਚ ਜਾਂ 15 ਸਾਲਾਂ ਦੇ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਸਰਕਾਰਾਂ ਲੋਕਾਂ ਨੇ ਲੁੱਟਿਆ, ਜਿਸ ਤਰੀਕੇ ਨਾਲ ਅੱਜ ਖੁਲਾਸੇ ਹੋ ਰਹੇ ਆ। ਅੱਜ ਓਮ ਪ੍ਰਕਾਸ਼ ਸੋਨੀ ਦੀ ਪੇਸ਼ੀ ਵੀ ਹੈਗੀ ਆ, ਜਿਹਨੂੰ 24 ਤਰੀਕ ਨੂੰ ਸੱਦਿਆ ਸੀ। 24 ਤਰੀਕ ਨੂੰ ਉਸਨੇ ਬਿਮਾਰੀ ਦਾ ਹਵਾਲਾ ਦੇ ਕੇ ਕਹਿਤਾ ਕਿ ਮੈਂ ਨਹੀਂ ਆ ਸਕਦਾ। ਅੱਜ ਫਿਰ 29 ਨਵੰਬਰ ਨੂੰ ਉਹਨਾਂ ਨੇ ਸੱਦਿਆ। ਹੁਣ ਇਹ ਵੀ ਵੇਖਣਾ ਪਏਗਾ ਕਿ 29 ਅੱਜ ਉਹ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ। ਇਹ ਗੱਲ ਸਿਰ ਮੈਂ ਤਾਂ ਜੋੜ ਰਿਹਾ ਸੁਖਵਿੰਦਰ ਜੀ ਕਿ ਤੁਸੀਂ ਬੀਤੇ 10 ਸਾਲਾਂ ਦਾ ਜਾਂ 15 ਸਾਲਾਂ ਦਾ ਕੋਈ ਵੀ ਰਾਜਨੀਤਿਕ ਕਿਸੇ ਦਾ ਵੀ ਤੁਸੀਂ ਇਤਿਹਾਸ ਵੇਖ ਲਓ, ਸਾਰਾ ਹੀ ਇਤਿਹਾਸ ਜਿਹੜਾ ਨਾ ਉਹ ਇਹੋ ਜਿਹੇ ਭ੍ਰਿਸ਼ਟਾਚਾਰ ਕਰਨ ਦੇ ਨਾਲ, ਕਰੋੜਾਂ ਹਿਸਾਬ ਦੇ ਨਾਲ ਘਪਲਿਆਂ ਦੇ ਨਾਲ ਜਿਹੜਾ ਉਹ ਸਾਹਮਣੇ ਆਉਂਦਾ। ਤੇ ਸੁਖਵਿੰਦਰ ਜੀ, ਜਿਹੜੇ ਮੇਰੇ ਜਾਂ ਤੁਹਾਡੇ ਵਰਗੇ ਲੋਕ ਨੇ, ਜਿਹੜੇ ਲੋਕ ਇਹਨਾਂ ਤੇ ਭਰੋਸਾ ਕਰਦੇ ਰਹੇ ਆ, ਅੱਜ ਵੀ ਅਸੀਂ ਭਰੋਸਾ ਕਰਦੇ ਕਿ ਹਾਂ ਕਾਂਗਰਸ ਆ ਜੂਗੀ, ਆਹ ਨਹੀਂ ਚੰਗੇ, ਉਹ ਨਹੀਂ ਚੰਗੇ। ਸੁਖਵਿੰਦਰ ਜੀ, ਜਦੋਂ ਇਹਨਾਂ ਲੋਕਾਂ ਦੇ ਕੀਤੇ ਘਪਲੇ ਸਾਹਮਣੇ ਆਉਂਦੇ ਆ ਤਾਂ ਫਿਰ ਵਾਕਿਆ ਹੀ ਲੋਕ ਇਹ ਗੱਲ ਸੋਚਦੇ ਨੇ ਕਿ ਠੀਕ ਆ, ਇਹ ਜਿਹੜੀ ਸਰਕਾਰ, ਜਿਹੜੀ ਹੁਣ ਮੌਜੂਦਾ ਸਰਕਾਰ ਆ, ਘੱਟੋ ਘੱਟ ਜੇ ਇਹਨਾਂ ਲੋਕਾਂ ਦੇ ਘਪਲੇ ਕਰਨ ਦੀ, ਨੰਗਿਆ ਕਰਨ ਦੀ, ਹਾਲਾਂਕਿ ਇਹ ਵੀ ਲੋਕ ਦੁੱਧ ਦੇ ਨਾਤੇ ਨਹੀਂ ਹੋਣਗੇ, ਇਹ ਇਹਨਾਂ ਤੋਂ ਜਾਣ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ 5 ਸਾਲਾਂ 'ਚ ਇਹਨਾਂ ਨੇ ਕਿਹੜੇ ਗੁੱਲ ਖਿਲਾਏ। ਇਹ ਵੀ ਗੱਲ
ਦੇ ਨਾਲ ਹੈਗੀ ਆ, ਪਰ ਘੱਟੋ ਘੱਟ ਇਹਨਾਂ ਲੋਕਾਂ 'ਚ ਇੱਕ ਡਰ ਤਾਂ ਜ਼ਰੂਰ ਰਹੇਗਾ। ਸੋ ਕੱਪੜੇ ਜਿਹੜੇ ਆ ਸੁਖਵਿੰਦਰ ਜੀ ਜ਼ਰੂਰ ਸਾਹਮਣੇ ਆਉਣੇ ਚਾਹੀਦੇ ਆ, ਉਹ ਚਾਹੇ ਅਕਾਲੀ ਭਾਜਪਾ ਦੇ ਹੋਣ, ਚਾਹੇ ਉਹ ਕਾਂਗਰਸ ਦੇ ਹੋਣ, ਤੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ। ਸਰਕਾਰਾਂ ਦੇ ਫੇਲਰ ਹੋਣਾ ਨਾ ਫੇਲਰ ਹੋਣਾ ਸੁਖਵਿੰਦਰ ਜੀ, ਉਹਦੇ ਨਾਲ ਮੈਨੂੰ ਜਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਹਾਂ ਜਦੋਂ ਇਹੋ ਜਿਹਾ ਕਪੜੇ ਬਾਜ਼ੀਆਂ ਸਾਹਮਣੇ ਆਉਂਦੀਆਂ ਨੇ ਤਾਂ ਸੁਖਵਿੰਦਰ ਜੀ ਮਨ ਨੂੰ ਦੁੱਖ ਜਿਹੜਾ ਜ਼ਰੂਰ ਲੱਗਦਾ। ਇੱਕ ਵਿਅਕਤੀ ਦੀ ਇੱਕ ਨਿੱਕੀ ਜਿਹੀ ਗੱਲ ਕਰਕੇ ਮੈਂ ਤੁਹਾਡੇ ਕੋਲ ਸਵਾਲ ਅਗਲਾ ਲਵਾਂਗਾ। ਕਹਿੰਦੇ ਕਿ ਇੱਕ ਬੰਦਾ ਲੰਮੇ ਪਿਆ ਸੀ ਤੇ ਮੱਖੀਆਂ ਉਹਨੂੰ ਚੂਸਣ ਡਈਆਂ ਸੀ ਲਹੂ। ਕੋਈ ਤੁਹਾਡੇ ਮੇਰੇ ਵਰਗਾ ਬੰਦਾ ਗਿਆ, ਉਹਨੇ ਉਹਨੂੰ ਮੱਖੀਆਂ ਉਹਦੀਆਂ ਡਾਤੀਆਂ, ਤਾਂ ਉਹ ਜਿਹੜੇ ਬੰਦੇ ਤੋਂ ਮੱਖੀਆਂ ਡਈਆਂ ਨੇ ਉੱਠ ਕੇ ਉਸ ਬੰਦੇ ਦੇ ਮੂੰਹ ਤੇ ਚਪੇੜ ਮਾਰੀ। ਕਹਿੰਦਾ ਕਿਉਂ ਤੂੰ? ਕਹਿੰਦਾ ਯਾਰ ਇੱਕ ਤਾਂ ਮੈਂ ਤੇਰੇ ਸਰੀਰ ਤੋਂ ਮੱਖੀਆਂ ਡਾਤੀਆਂ, ਦੂਜੇ ਪਾਸੇ ਤੂੰ ਮੈਨੂੰ ਚਪੇੜ ਮਾਰਦਾ ਪਿਆ। ਕਹਿੰਦਾ ਤੂੰ ਬੇਵਕੂਫਾ, ਆ ਜਿਹੜੀਆਂ ਮੱਖੀਆਂ ਮੇਰੇ ਤੇ ਬੈਠੀਆਂ ਸਨ ਨਾ, ਇਹਨਾਂ ਨੇ ਜਿੰਨਾ ਲਹੂ ਚੂਸਣਾ ਸੀ ਚੂਸ ਲਿਆ, ਇਹ ਰੱਜ ਗਈਆਂ ਨੇ, ਹੁਣ ਤੂੰ ਇਹਨਾਂ ਨੂੰ ਉਠਾਤਾ, ਹੁਣ ਜਿਹੜੀਆਂ ਨਵੀਆਂ ਬਹਿਣੀਆਂ ਨੇ ਉਹਨਾਂ ਨੇ ਮੇਰਾ ਹੁਣ ਚੂਸਣਾ। ਸੋ ਸੁਖਵਿੰਦਰ ਜੀ ਇਹ ਗੱਲ ਜਿਹੜੀ ਹੈ ਨਾ, ਕੋਈ ਵੀ ਵਿਅਕਤੀ ਇਸ ਹਮਾਮ ਦੇ ਵਿੱਚ ਅਸੀਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ। ਆਉਣ ਵਾਲਾ ਸਮਾਂ ਦੱਸੇਗਾ ਕਿ ਆਹ ਜਿਹੜੀ ਸਰਕਾਰ ਜਿਹੜੀ ਹੈਗੀ ਆ ਕਿਹੜੇ ਫਰੰਟ ਤੇ ਫੇਲ ਹੋਈ ਤੇ ਕਿਹੜੇ ਫਰੰਟ ਤੇ ਸੱਚ ਹੋਈ। ਜੋ ਲੋਕਾਂ ਨਾਲ ਇਹ ਵਾਅਦੇ ਅੱਜ ਤੇ ਭ੍ਰਿਸ਼ਟਾਚਾਰ ਲੋਕਾਂ ਦੇ ਇਹ ਨੰਗੇ ਕਰ ਰਹੀ ਆ, ਕੀ ਆਪਣੇ ਇਹਨਾਂ ਦੇ ਬੰਦੇ ਅਗਲੇ ਸੰਦਰ ਚ ਕਿਹੋ ਜਿਹਾ ਰੁਖ ਪੇਸ਼ ਕਰਨਗੇ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਬਿਲਕੁਲ ਬਿਲਕੁਲ। ਕਾਣਕੀ ਸਾਹਿਬ, ਜਿਹੜੀ ਨਵਜੋਤ ਸਿੰਘ ਸਿੱਧੂ ਵਾਲੀ ਖਬਰ ਹੈ ਉਹ ਤੇ ਆਪਾਂ ਦੁਪਹਿਰ ਨੂੰ ਚੱਲਣਾ ਪਾਵਾਂਗੇ, ਦੁਪਹਿਰ ਤੇ ਚਰਚਾ ਕਰਾਂਗੇ, ਕਿਉਂਕਿ ਟਾਈਮ ਕਾਫੀ ਜ਼ਿਆਦਾ ਹੋ ਗਿਆ ਪ੍ਰੋਗਰਾਮ ਦਾ। ਤਾਂ ਉਸ ਤੇ ਜਿਹੜੀ ਆ ਐਕਸਕਲੂਸਿਵ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਦਿਆਂਗੇ। ਕਾਣਕੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ 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 ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ।